इब्तिदाए इश्क में हम सारी रात जागे, अल्लाह जाने क्या होगा आगे, ओ मौला जाने क्या होगा आगे। दिल में तेरी उल्फत के बंधने लगे धागे, अल्लाह जाने क्या होगा आगे, ओ मौला जाने क्या होगा आगे। इब्तिदाए इश्क में हम क्या कहूँ कुछ कहा नहीं जाए, बिन कहे भी रहा नहीं जाए। क्या कहूँ कुछ कहा नहीं जाए, बिन कहे भी रहा नहीं जाए। रात भर करवट में बदलूं, दर्द दिल का सहा नहीं जाए। नींद मेरी आँखों से दूर दूर भागे, अल्लाह जाने क्या होगा आगे, ओ मौला जाने क्या होगा आगे। दिल में तेरी उल्फत के बंधने लगे धागे, अल्लाह जाने क्या होगा आगे, ओ मौला जाने क्या होगा आगे। इब्तिदाए इश्क में हम इब्तिदाए इश्क में हम सारी रात जागे, अल्लाह जाने क्या होगा आगे, ओ मौला जाने क्या होगा आगे। इब्तिदाए इश्क में हम जब जब आँख मिलाई, दिल से एक आवाज ये आई। तूने जब जब आँख मिलाई, दिल से एक आवाज ये आई। चल के अब तारों में रहेंगे, प्यार के हम दो सौदाई। मुझको तेरी सूरत भी चांद रात लागे, अल्लाह जाने क्या होगा आगे, ओ मौला जाने क्या होगा आगे। इब्तिदाए इश्क में हम सारी रात जागे, अल्लाह जाने क्या होगा आगे, ओ मौला जाने क्या होगा आगे। इब्तिदाए इश्क में हम
आवाज दी दुनिया दे मेहरबान दोस्तों, ਇਹ ਦੋਸਤਾਨਾ ਲਹਿਜੇ ਵਿੱਚ ਹਵਾਵਾਂ ਤੇ ਫਿਜ਼ਾਵਾਂ ਵਿੱਚ ਸਨੇਹ ਅਤੇ ਖੁਸ਼ਬੂ ਖਿਲਾਰਦੀ ਹੋਈ ਤੁਹਾਡੇ ਦਿਲਾਂ ਦੀਆਂ ਤਾਰਾਂ ਨਾਲ ਖਹਿ ਕੇ ਪਿਆਰ ਦੇ ਰਿਸ਼ਤੇ ਕਾਇਮ ਕਰਨ ਵਾਲੀ ਬਾਗਾਂ ਤੇ ਬਹਾਰਾਂ ਵਿੱਚ ਪਏ ਗਲੀਆਂ ਤੇ ਬਾਜ਼ਾਰਾਂ ਵਿੱਚ ਤੁਹਾਡੇ ਘਰਾਂ ਤੇ ਕਾਰਾਂ ਵਿੱਚ ਦੋਸਤੀ ਮੁਹੱਬਤ ਤੇ ਪਿਆਰ ਨਾਲ ਲਬਰੇਜ਼ ਸੱਚੀ ਤਾਕਤਵਰ ਤੇ ਬੁਲੰਦ ਆਵਾਜ਼ ਤੁਹਾਡੇ ਆਪਣੇ ਪ੍ਰਵਾਜ਼ ਰੇਡੀਓ ਦੀ ਹੈ ਜੀ। ਇਹ ਰੂਹਾਂ ਦੇ ਰਿਸ਼ਤੇ ਪਿਆਰਾਂ ਦੇ ਰਿਸ਼ਤੇ ਆ ਸੱਜਣਾ ਦਿਲਾਂ ਦੇ ਰਿਸ਼ਤੇ ਦਿਲਦਾਰਾਂ ਦੇ ਰਿਸ਼ਤੇ ਮਨੁੱਖਤਾ ਦੇ ਰਿਸ਼ਤੇ ਯਾਰਾਂ ਦੇ ਰਿਸ਼ਤੇ ਤੁਹਾਡੇ ਵਰਗੇ ਸੋਹਣੇ ਯਾਰਾਂ ਦੇ ਗੱਲਾਂ ਦੇ ਰਿਸ਼ਤੇ ਵਿਚਾਰਾਂ ਦੇ ਰਿਸ਼ਤੇ ਫੁੱਲਾਂ ਦੇ ਰਿਸ਼ਤੇ ਖਾਰਾਂ ਦੇ ਰਿਸ਼ਤੇ ਬਾਏ ਪੰਜਾਬ ਤੇ ਪੰਜਾਬੀਅਤ ਦਾ ਪਹਿਰੇਦਾਰ ਆਪ ਦੀ ਸੋਚ ਤੇ ਦਸਤਕ ਦੇ ਕੇ ਦਿਲਾਂ ਤੇ ਰਾਜ ਕਰਨ ਵਾਲਾ ਤੁਹਾਡੀ ਸੋਚ 'ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਇਹ ਹੈ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਮੈਂ ਹਾਂ ਜੀ ਸੁੱਚਾ ਸਿੰਘ ਬਾਜਵਾ, ਤੁਹਾਡਾ ਹੋਸਟ ਤੇ ਦੋਸਤ। ਮੇਰੇ ਸੋਹਣੇ ਪੰਜਾਬ ਦੀ ਖੁਸ਼ਬੂ ਸੋਹਣੀ, ਮੇਰੇ ਸੋਹਣੇ ਪੰਜਾਬ ਦੀ ਖੁਸ਼ਬੂ ਸੋਹਣੀ, ਫਿਜ਼ਾਵਾਂ ਫਸਲਾਂ ਤੇ ਇਹਦੀ ਨੁਹਾਰ ਸੋਹਣੀ, ਆਏ ਸੋਹਣੇ ਨਦੀਆਂ ਪਹਾੜ ਤੇ ਫੁੱਲ ਸੋਹਣੇ, ਹੀਰੇ ਗੱਭਰੂ ਇਹਦੀ ਮਟਿਆਰ ਸੋਹਣੀ। ਪਾਈ ਸੋਹਣੇ ਨਦੀਆਂ ਪਹਾੜ ਤੇ ਫੁੱਲ ਸੋਹਣੇ, ਹੀਰੇ ਗੱਭਰੂ ਇਹਦੀ ਮਟਿਆਰ ਸੋਹਣੀ। ਤੇ ਵਿਰਸਾ ਤਹਿਜੀਬ ਉੱਡ ਗਈ ਖੰਭ ਲਾ ਕੇ, ਆ ਬੇਈਮਾਨੀ ਨੇ ਫੜੀ ਰਫਤਾਰ ਸੋਹਣੀ। ਫਿਰ ਵੀ ਇੱਥੋਂ ਜਾਣ ਨੂੰ ਨਹੀਂ ਜੇ ਦਿਲ ਕਰਦਾ, ਆ ਸੋਹਣੇ ਪੰਜਾਬ ਦੀ ਹਰ ਬਹਾਰ ਸੋਹਣੀ, ਸਾਡੇ ਸੋਹਣੇ ਪੰਜਾਬ ਦੀ ਹਰ ਬਹਾਰ ਸੋਹਣੀ। ਤੇ ਵਸਦੇ ਰਸਦੇ ਰਹਿਣ ਆ ਸਾਡੇ ਸੋਹਣੇ ਪੰਜਾਬੀ, ਇਹਨਾਂ ਦੀਆਂ ਸੱਤੇ ਹੀ ਖੈਰਾਂ ਤੇ ਅਸੀਂ ਆਪਣੀਆਂ ਖਾਮੀਆਂ ਸਾਰੀਆਂ ਹੀ ਦੂਰ ਕਰ ਲੈਣੀਆਂ ਨੇ। ਦੋਸਤੋ ਪੋਜ਼ਿਟਿਵ ਸੋਚ ਰੱਖੋ। ਅਸਾਂ ਵੀ ਯੂਰਪੀਅਨ ਕੰਟਰੀਆਂ ਵਾਂਗੂ ਕਦਮ ਸੱਭਿਅਤਾ ਵੱਲ ਪੁੱਟਣੇ ਨੇ, ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ। ਤੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਜਾ ਰਿਹਾ ਵੈਦਰ ਵਗੈਰਾ ਦਾ ਨਾ, ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਸੀ। ਅੱਜ ਹੈਗਾ ਜੀ ਮੇਰੇ ਕੋਲ ਨਾ ਇੱਥੇ ਵਰਕਾ ਸੀ ਕਿਤੇ ਇੱਥੇ ਪਿਆ, ਉਹ ਕਾਗਜ਼ਾਂ ਦੇ ਵਿੱਚ ਮੈਂ ਕਿਤੇ ਧਰ ਬੈਠਾ, ਪਰ ਚੱਲ ਐਨੀ ਹਾਓ ਨੋ ਪ੍ਰੋਬਲਮ। ਅੱਜ ਜੀ ਹੈਗੀ ਹੈ 17 ਜੂਨ, ਠੀਕ ਹੈ ਜੀ, ਤੇ ਫਰਾਈਡੇ ਹੈ ਅੱਜ, ਬੁੱਧਵਾਰ ਸੌਰੀ 17 ਜੂਨ ਤੇ ਬੁੱਧਵਾਰ ਹੈ। ਤੇ ਵਿਭਾਗ ਤਾਪਮਾਨ ਵਿਭਾਗ ਦੇ ਅਨੁਸਾਰ ਘੱਟ ਤੋਂ ਘੱਟ ਤਾਪਮਾਨ ਸੀ ਅੱਜ ਜੀ 26 ਤੇ ਵੱਧ ਤੋਂ ਵੱਧ 46 47 48 67, ਪਰ ਬੜੀ ਹੁਮਸ ਸੀ, ਬਹੁਤ ਹੁਮਸ ਸੀ। ਦੋਸਤੋ ਸਾਡੀ ਸਟੂਡੀਓ ਦੀ ਘੜੀ ਮੁਤਾਬਕ ਇਸ ਵਕਤ ਜੀ 5:07 ਹੋਏ ਨੇ। ਹਾਂਜੀ, ਤੇ ਭੁੱਲਣਾ ਨਹੀਂ www.parvazradio.com ਡਾਊਨਲੋਡ ਕਰ ਸਕਦੇ ਹੋ ਦੋਸਤੋ। ਤੁਸੀਂ ਆਪਣੇ ਨਾ ਪਲੇ ਸਟੋਰ ਤੇ ਜਾ ਕੇ ਇਹਨੂੰ ਡਾਊਨਲੋਡ ਕਰੋ ਤੇ ਸੁਣੋ ਤੇ ਸੁਣਾਓ। ਬਾਕੀ ਸਾਨੂੰ USA 'ਚ ਵੀ ਸੁਣਿਆ ਜਾ ਸਕਦਾ ਹੈਗਾ। ਸਾਡਾ ਜਿਹੜਾ USA ਦਾ ਨੰਬਰ ਹੈ ਜੀ ਉਹ 151 89061615। ਇਸੇ ਤਰ੍ਹਾਂ ਸਾਨੂੰ ਇੰਗਲੈਂਡ 'ਚ ਸੁਣਨ ਵਾਲੇ ਜਿਹੜੇ ਸੱਜਣ ਨੇ ਉਹ ਹੈ ਜੀ 44 330606 1390।
इंग्लैंड वाले दोस्त ते कैनेडा वाले दोस्त गल करदी जी सारी दुनिया के दोस्त जिहड़े ने ना ਉਹ ਇਸ ਵੇਲੇ ਸਾਨੂੰ ਸੁਣ ਰਹੇ ਨੇ ਤੇ ਅਸੀਂ ਤੁਹਾਡੀ ਮਹਿਫਿਲ 'ਚ ਹਾਜ਼ਰ ਹਾਂ। ਬਾਕੀ ਕੀ ਰਹਿ ਗਿਆ ਜੀ ਅੱਜ, ਬਾਕੀ ਮਤਲਬ ਕਿ ਕੋਈ ਖਾਸ ਗੱਲਬਾत नहीं, ਵੈਦਰ ਵੀ ਦੱਸ ਦਿੱਤਾ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਤੇ ਮੇਰੀ ਗੱਲਬਾत ਹੁੰਦੀ है खत्म ਤੇ आ लो जी अगों भी गलबात अब सुनो। शुरुआत होती है गलबात पारुल की। बिल्कुल पारुल जी, वेलकम। थैंक यू बाजवा जी। हाय हेलो नमस्ते अस्सलाम वालेकुम सत श्री अकाल मेरे प्यारे दोस्तों, मैं हूँ पारुल कपूर JNK से। सबसे पहले बताइए कैसे हैं आप सब और क्या कर रहे हैं? घर में बैठे हैं, कुछ काम शुरू किया है, कोई रेसिपीज पे वर्क हो रहा है, वर्कआउट हो रहा है, क्या क्या हो रहा है? और जल्दी से जो भी काम कर रहे हैं जल्दी से फ्री हो जाइए और आराम से सुनिए परवाज रेडियो का ये प्यारा सा प्रोग्राम बाजवा जी और मेरे साथ। आज है बुधवार और हम आ बैठे हैं अपने प्यारे से प्रोग्राम को शुरू करने के लिए स्टूडियो में। और साथ ही साथ दोस्तों आप हमें कॉल कर सकते हैं, हमें कॉल करिए, सुनाइए अपने लिखे हुए नगमे, कविताएं, शेरो शायरियां, अपने थॉट्स, विचार जो भी आपके मन में हैं और उन्हें भी सुनाइए। जो सभी दोस्त इस वक्त हमें 182 कंट्रीज में बैठकर सुन रहे हैं आराम से, क्या पता कोई चाय की चुस्की के साथ सुन रहा है, कोई जगड़ के सुन रहा है, कोई खुश होके सुन रहा है तो जिस भी मूड में है बस मूड बनाइए और रेडियो के आगे बैठ जाइए, वेबसाइट पे जाइए, जल्दी से ऑन कर लीजिए अगर नहीं किया तो। नोट करिए दोस्तों, सबसे पहले हमारा नंबर, हमारा स्टूडियो का नंबर है 7973068813। मैं दोबारा रिपीट कर देती हूँ 7973068813। ये हमारा स्टूडियो का नंबर है मेरे प्यारे दोस्तों। इस नंबर पर आप हमें प्रोग्राम के दौरान कॉल कर सकते हैं और प्रोग्राम का हिस्सा बन सकते हैं। साथ ही साथ इस प्रोग्राम को रिपीट सुनने के लिए अपने, जैसे आपने कॉल की है, अपने कोई कविता सुनाई है, गाना सुनाया है और आप सुनाना चाहते हैं अपने मित्रों को, थोड़ा सा स्टाइल मारना चाहते हैं, देखो जी आज मैं प्रोग्राम में पंजाबी में भी हिस्सा लेता, तो आप दोबारा रिपीट टेलीकास्ट इसका जो है सुन सकते हैं वेबसाइट पे जाके। और पॉडकास्ट, पी से है, ब्रॉडकास्ट नहीं, पॉडकास्ट पे जाके आप वहां क्लिक करिए, सर्च करिए बाजवा पारुल शो और वहां पे सभी डेट के अनुसार नए पुराने प्रोग्राम स्टार्ट हो सकते हैं और आप सुन सकते हैं। ठीक है जी, तो जल्दी से मैं दोबारा से रिपीट कर लेती हूँ अपना नंबर, जो आज जुड़े हैं हमारे प्रोग्राम के साथ वो भी नोट कर लीजिए 7973068813। तो मेरे प्यारे दोस्तों प्रोग्राम को आगे बढ़ाते हैं। जैसे कि हमेशा मैं 2 लाइनों के साथ प्रोग्राम को आगे बढ़ाती थी और सबसे पहले आप सबका बहुत बहुत थैंक यू। पिछले दिनों हमने जो भी टॉपिक्स हमने चर्चा की, हमने जो डिस्कस की, उसका बहुत अच्छा रिस्पांस आपने दिया, बहुत प्यार दिया। देखने में तो और सुनने में बिल्कुल प्यारे से नॉर्मल से टॉपिक्स हैं जो हम कहते हैं अच्छा ये तो ऐसे में भी हम लिखते हैं, बट अगर हम कीनली, ये मेरे साथ भी ऐसा ही हुआ है। पहले मैं भी सोचती थी अच्छा ये तो बहुत आसान टॉपिक है, बट जितना हम इसमें डीप जाते हैं, सर्च करते हैं, कई बातों का हमें पता ही नहीं होता। तो नॉलेज बहुत जरूरी है और करंट नॉलेज बहुत जरूरी है, और साथ ही साथ करंट नॉलेज के साथ साथ पुरानी जिसे कहते हैं ऐतिहासिक नॉलेज बहुत जरूरी है। तो दोस्तों आगे 2 लाइनों के साथ मैं प्रोग्राम आगे बढ़ाती हूँ। मुझे पाषाण युग का नाम देकर लोग मुझे पिछड़ा हुआ सोचे। पाषाण दी इंग्लिश भी दस दियो जरा प्लीज।
पाषाण मतलब स्टोन एज। स्टोन जिसे हम कह सकते हाँ हैं। जी। मुझे पाषाण युग का नाम देकर लोग मुझे पिछड़ा हुआ सोचे, मगर पाषाण में ही सभ्यता की थी वो चिंगारी, जिसमें आग की खोज करके हम आज यहाँ तक आ पहुँचे। वाह वाह वाह, वाकई तो वाकई। दोस्तों, आज का हमारा टॉपिक बहुत ही इंटरेस्टिंग है ना बाजवा जी? जी बिल्कुल बिल्कुल पारुल जी। इंटेलिजेंट है, जो है पाषाण काल पर, यानी कि एंशियंट, जो पुरातन, जो स्टोन एज स्टोन एज पर उस पे है दोस्तों ये टॉपिक। हमारे जो यंग अगर बच्चे भी सुन रहे हैं उनके लिए भी बहुत इम्पोर्टेंट है, क्योंकि ये टॉपिक में आमतौर पे क्वेश्चन पूछे जाते हैं आईएएस के एग्जाम्स में, यूपीएस, एसएससी, पीएससी, इसके एग्जाम में काफी इससे रिलेटेड क्वेश्चन भी पूछे जाते हैं। और वैसे भी हमें अपना जो है एंशियन जो स्टोन एज ਪਾਰਲ ਜੀ ਮੈਂ ਤੁਹਾਡੀ ਗੱਲ ਵਿੱਚੋਂ ਕੱਟ ਰਿਹਾ ਜਿਹੜੇ ਅਸੀਂ ਪਿੱਛੇ ਵੀ ਪੋਲਿਊਸ਼ਨ, ਪਾਪੂਲੇਸ਼ਨ, ਕਰਪਸ਼ਨ ਤੇ 에ਅਰ ਪੋਲਿਊਸ਼ਨ ਜੋ ਵੀ ਕੀਤਾ, ਇਹ ਸਾਰੇ ਕੁਐਸਚਨ ਆईएएस आईपीएस ਦੇ ਵਿੱਚ ਬੱਚਿਆਂ ਨੂੰ ਆਉਂਦੇ ਨੇ। बस बाजवा जी, अब देखो हमारा जो प्रवास रेडियो ਅਸੀਂ ਆਪਣੇ ਬੱਚਿਆਂ ਨੂੰ, ਆਉਣ ਵਾਲੇ ਬੱਚਿਆਂ ਨੂੰ ਵੱਡੇ ਵੱਡੇ ਅਫਸਰ ਬਣਾਉਣਾ ਹੈ। ਅਸੀਂ ਇਹਨਾਂ ਨੂੰ ਸਾਈਡ ਤੋਂ ਸਪੋਰਟ ਦੇਣੀ ਹੈ, ਬਾਕੀ ਪੜ੍ਹਨਾ ਉਹਨਾਂ ਨੇ। ਦੋਸਤੋ, ਇਹੋ ਹੀ ਕੁਐਸਚਨ ਤੁਹਾਨੂੰ ਆਉਣਗੇ ਜਿਹੜੇ ਮਤਲਬ ਨੈਕਸਟ ਜਿਹੜਾ ਹੈਗਾ ਵਾ ਪ੍ਰੋਗਰਾਮ ਸਾਡਾ ਹੋਵੇਗਾ, ਉਹ ਵੀ ਬੜੀ ਨੌਲੇਜ ਵਾਲਾ ਤੇ मुझे तो लगता अल्बर्ट आइंस्टाइन ਦੇ ਉੱਤੇ ਹੋਵੇਗਾ। जी जी, मुझे लगता है बाजवा जी मैं रेडियो छड़ के कितने आईएएस ऑफिसर ना बन जावा। ਅਸੀਂ ਹੁਣ ਨਹੀਂ ਨਾ ਤੁਹਾਨੂੰ आईएएस अफसर बन देना। ठीक है, तो दोस्तों आज का हमारा बड़ा इंटरेस्टिंग जो है टॉपिक हम शुरू करने जा रहे हैं स्टोन एज के बारे में। तो बाजवा जी, अब मैं बहुत ज्यादा बोल चुकी हूँ, तो बाजवा जी मेरे को घूर के देख रहे हैं कि अरे नहीं, मैं असल में ਤੁਹਾਨੂੰ ਪਿਆਰ ਨਾਲ ਵੇਖ ਰਿਹਾ ਸੀ। अच्छा फिर ठीक है बाजवा जी, तो आप बड़े नहीं पारुल जी, मैं बोलूंगा, तुम बोलोगे कि बोलता है। नहीं बाजवा जी, मेरी इतनी हिम्मत ही नहीं है। जी, जिस तरह पारुल जी हुणे फरमाया है कि ਅਸੀਂ स्टोन एज ਤੇ ਗੱਲਬਾਤ ਕਰਨੀ ਹੈ। ਦੋਸਤੋ, ਜਿਸ ਤਰ੍ਹਾਂ ਅਸੀਂ ਨਾ ਜਾਣਦੇ ਹੀ ਆਏ ਆ, ਸੁਣਦੇ ਆਏ ਆ, ਪੜ੍ਹਦੇ ਆਏ ਆ ਕਿ ਸਟੋਨ ਏਜ ਦੇ ਵਿੱਚ ਜਿਹੜਾ ਇਨਸਾਨ ਹੁੰਦਾ ਸੀ ਨਾ, ਉਹ ਜਾਨਵਰੀ ਨਹੀਂ, ਜਾਨਵਰਾਂ ਵਰਗਾ ਹੀ ਹੁੰਦਾ ਸੀ। ਉਹਦੇ ਵਿੱਚ ਤੇ ਜਾਨਵਰਾਂ ਵਿੱਚ ਕੋਈ ਖਾਸ ਫਰਕ ਨਹੀਂ ਸੀ ਹੁੰਦਾ। ਸਭ ਤੋਂ ਪਹਿਲਾਂ ਸੱਜਣੋ, ਸਾਡਾ ਟੈਲੀਫੋਨ ਨੋਟ ਕਰੋ, 7973068813 7973068813। ਦੋਸਤੋ, ਅਸੀਂ ਨਾ ਜਿਹੜੀ ਗੱਲਬਾਤ ਕਰ ਰਹੇ ਹਾਂ, ਤਰਜੀਹ ਅਸੀਂ ਤੁਹਾਡੀ ਗੱਲਬਾਤ ਨੂੰ ਹੀ ਦੇਣੀ ਹੈ। ਪਰ ਇਹ ਜਿਹੜਾ ਸਾਡਾ ਟੌਪਿਕ ਹੋਏਗਾ ਨਾ, ਇਹ ਜਦੋਂ ਸਾਡਾ ਟਾਈਮ ਹੋਵੇਗਾ, ਉਸ ਟਾਈਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਟਾਈਮ ਜੀ ਕੱਢਣਾ ਹੋਇਆ, ਫਿਰ ਗੀਤ ਜੀ ਲਾਵਾਂਗੇ, ਗੱਪਾਂ ਜੀ ਮਾਰਾਂਗੇ। ਉਹਦੇ ਥਾਂ ਦਾ ਪਾरुल ਜੀ ਕਿਉਂ ਨਾ ਨੌਲੇਜ ਦਾ ਛੱਟਾ ਦਿੱਤਾ ਜਾਵੇ ਕਿ ਸਾਡੇ ਜਿਹੜੇ ਸਾਰੇ ਮਤਲਬ ਕਿ ਸਟੂਡੈਂਟਸ ਨੇ, ਜਾਂ ਜਿਹੜੇ ਇਸ ਵੇਲੇ ਪ੍ਰੌੜ ਲੋਕ ਵੀ ਨੇ, ਵੱਡੀ ਉਮਰ ਦੇ ਵੀ ਨੇ, ਉਹ ਵੀ ਵੇਖੋ ਜੀ, ਜਦੋਂ ਅਸੀਂ ਜ਼ਿੰਦਗੀ 'ਚ ਕੁਝ ਸਿੱਖਦੇ ਨਹੀਂ, ਸਾਡੀ ਉਮਰ ਭਾਵੇਂ ਕਿੰਨੀ ਵੀ ਹੋ ਜਾਏ, ਅਸੀਂ ਕੁਝ ਨਹੀਂ ਸਿੱਖਿਆ। ਕਦੀ ਕਦੀ ਤੁਸੀਂ ਨਾ 23 ਸਾਲ ਦੇ ਬੱਚੇ ਵੇਖੋਗੇ ਪਾरुल ਜੀ, ਵੈਰੀ ਜੀਨੀਅਸ ਐਂਡ ਇੰਟੈਲੀਜੈਂਟ, ਬਿਲਕੁਲ ਬਿਲਕੁਲ, ਤੇ ਕਦੀ ਵੱਡੀ ਉਮਰ ਦੇ ਬੰਦੇ ਵੀ ਗੱਲ ਕਰਨਗੇ ਤੇ ਸਮਝ ਨਹੀਂ ਆਉਂਦੀ ਇਹਨਾਂ ਨੇ ਗੱਲ ਕੀਤੀ ਹੈ ਕਿ चलो मैं अगो नहीं मतलब कि दसदा भी आगे मुझे समझ भी नहीं आ रहा। तो दोस्तों, आप समझ ही गए होंगे शायद। जिनको समझ में आया वो तुरंत कॉल करें। तो दोस्तों, असी ना ये जेड़ा स्टोन एज है, इनू तिन्ना हिस्सियां च वंडना है जी। एक है जी लोअर स्टोन एज जी, and that was in the very beginning of stone age जी। ते मिडिल स्टोन एज, फिर दोस्तों अपर स्टोन एज जी। हाँ जी, ते जेड़ा परसों है साडा प्रोग्राम, ਉਹ ਅਸੀਂ आज ਤੁਹਾਨੂੰ स्टोन एज च ही रखना है। बस अब बाजवा जी, हम स्टोन एज से ले जाके उनको फिर अभी प्रेजेंट टाइम में ले आएंगे। हाँ, पूरा सफर कराएंगे मुझे बिल्कुल बिल्कुल जी। ਉਹ ਤੁਹਾਨੂੰ ਅੱਜ ਤੇ ਹੀ ਰੱਖਾਂਗੇ ਜੀ, ਲੋਅਰ, ਮਿਡਲ ਤੇ ਅਪਰ ਸਟੋਨ ਏਜ ਦੇ ਵਿੱਚ।
ਪਰ ਜਿਹੜਾ ਅਗਲੇ ਫਰਾਈਡੇ ਪ੍ਰੋਗਰਾਮ ਹੋਏਗਾ ਸੱਜਣਾ, ਉਹ ਇਸ ਤੋਂ ਸ਼ੁਰੂ ਹੋਏਗਾ ਜਿੱਥੋਂ ਬੰਦਾ ਖੇਤੀ ਕਰਨ ਲੱਗ ਗਿਆ ਸੀ। ਉਹਨੇ ਘਰ-ਬਾਰ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਤੇ ਉਹ ਪਿੰਡਾਂ 'ਚ ਰਹਿਣ ਲੱਗ ਗਿਆ ਸੀ ਤੇ ਸਮਾਜ ਦਾ ਡਿਵੈਲਪਮੈਂਟ ਦੀ ਗਠਨ ਹੋ ਗਿਆ ਸੀ। ਉੱਥੋਂ ਫਿਰ ਸ਼ੁਰੂ ਕਰਾਂਗੇ। ਪਰ ਅੱਜ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਉਹ ਦੋਸਤੋ, ਜਿਸ ਤਰ੍ਹਾਂ ਨਾ ਪਾਰਲ ਜੀ, ਮੈਂ ਦੋ ਗੱਲਾਂ ਬਾਤਾਂ ਕਰਾਂਗਾ, ਉਹਦੇ ਬਾਅਦ ਤੁਸੀਂ ਜਿਸ ਤਰ੍ਹਾਂ ਦੋਸਤੋ ਵੇਖੋ, ਜਦੋਂ ਇਨਸਾਨ ਮਾੜਾ ਜਿਹਾ ਸੱਭਿਅਕ ਹੋਇਆ ਸੀ ਤੇ ਇਹ 4 ਲੱਤਾਂ ਤੇ ਤੁਰਦਾ ਹੁੰਦਾ ਸੀ ਪਹਿਲਾਂ। ਜਦੋਂ ਇਹ 2 ਲੱਤਾਂ ਤੇ ਤੁਰਨਾ ਸ਼ੁਰੂ ਹੋ ਗਿਆ ਤੇ ਪ੍ਰੋਬਲਮ ਹੋ ਗਈ ਸ਼ੁਰੂ ਫਿਰ ਦੋਸਤੋ ਮੇਰੇ ਨਾਲ ਬੈਠੇ ਸਾਰੇ ਸਾਡੇ ਟੈਕਨੀਸ਼ੀਅਨ ਵੀ, ਬਲੇਰੀਆ ਜੀ ਵੀ, ਸਾਰੇ ਹੱਸ ਰਹੇ ਨੇ ਜਦੋਂ ਮੈਂ ਕਿਹਾ ਕਿ ਬੰਦਾ 2 ਲੱਤਾਂ ਤੇ ਤੁਰਨ ਲੱਗ ਗਿਆ ਤੇ ਪ੍ਰੋਬਲਮ ਸ਼ੁਰੂ ਹੋ ਗਈ। ਸਾਡੀ ਜਿਹੜੀ ਰੀੜ੍ਹ ਦੀ ਹੱਡੀ ਹੈ ਨਾ, ਇਹ 2 ਲੱਤਾਂ ਤੇ ਤੁਰਨ ਵਾਲੀ ਨਹੀਂ, ਹੌਲੀ 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 ਇਹਨੂੰ ਬੜੀ ਪ੍ਰੋਬਲਮ ਹੋਈ ਹੈ, ਪਰ ਬੰਦਾ 2 ਲੱਤਾਂ ਤੇ ਤੁਰਨੋਂ ਨਹੀਂ ਹਟਿਆ। ਫਿਰ ਇਹਨੂੰ ਫਿਰ ਵੇਖੋ ਨਾ, ਫਿਰ ਐਡਜਸਟਮੈਂਟ ਜਦੋਂ ਬੰਦੇ ਦੀ ਪੂਛ ਵੀ ਜਾਂਦੀ ਰਹੀ, ਉਹਨੇ ਬਹਿਣਾ ਸ਼ੁਰੂ ਕਰ ਦਿੱਤਾ। ਹਾਂਜੀ, ਫਿਰ ਪੂਛ ਤੋਂ ਉਹਨੇ ਕੰਮ ਵੀ ਨਹੀਂ ਲੈਂਦਾ ਹੁੰਦਾ। ਹਾਂਜੀ, ਤੇ ਫਿਰ ਇਸ ਤਰ੍ਹਾਂ ਕਰਕੇ ਉਹ ਹੀ ਜਿਹੜੇ ਆਰਗਨਸ ਨੇ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰਦੇ ਹੋ ਦੋਸਤੋ, ਡਿਵੈਲਪ ਹੋ ਜਾਂਦੇ ਨੇ। ਜਿਨ੍ਹਾਂ ਨੂੰ ਤੁਸੀਂ ਯੂਜ਼ ਨਹੀਂ ਕਰਦੇ ਉਹ ਵੈਨਿਸ਼ ਹੋ ਜਾਂਦੇ ਨੇ। ਮੈਂ ਛੋਟੀ ਜਿਹੀ ਤੁਹਾਨੂੰ ਇੱਕ ਐਗਜ਼ਾਮਪਲ ਦਿਆਂ ਸੱਜਣੋ, ਕੋੜ ਕਿਰਲੀਆਂ ਜਿਹੜੀਆਂ ਨੇ ਇਹਨਾਂ ਦੀਆਂ 4 ਲੱਤਾਂ ਹੁੰਦੀਆਂ ਨੇ। ਹੋਰ ਕਈ ਤਰ੍ਹਾਂ ਦੇ ਕਿਰਲੇ ਜਿਹੜੇ ਹੁੰਦੇ ਨੇ, ਵੱਡੇ ਜੰਗਲੀ, ਉਹਨਾਂ ਦੀਆਂ ਵੀ 4 ਲੱਤਾਂ ਹੁੰਦੀਆਂ ਨੇ। ਸੱਪ ਦੀਆਂ ਵੀ 4 ਲੱਤਾਂ ਹੁੰਦੀਆਂ ਸਨ ਕਿਉਂਕਿ ਸੱਪ ਲੰਬਾ ਜ਼ਿਆਦਾ ਸੀ। ਉਹ 4 ਲੱਤਾਂ ਨਾਲ ਤੁਰਦਾ ਤੁਰਦਾ ਵੀ ਨਾ ਢਿੱਡ ਤੋਂ ਕੰਮ ਲੈਂਦਾ ਹੁੰਦਾ ਸੀ ਅੱਗੇ ਜਾਣ ਵਾਸਤੇ, ਤੇ ਢਿੱਡ ਉਹਦੀ ਜ਼ਿਆਦਾ ਮਦਦ ਕਰਦਾ ਸੀ ਲੱਤਾਂ ਨਾਲ। ਉਹਨੇ ਨੇ ਵਿੰਗਾ ਟੇਢਾ ਹੋ ਕੇ ਚੱਲਣਾ ਸੀ ਤੇ ਉਹ ਢਿੱਡ ਜ਼ਿਆਦਾ ਮਦਦ ਕਰਨ ਲੱਗ ਗਿਆ ਤੇ ਉਹਨੇ ਢਿੱਡ ਵੱਲ ਧਿਆਨ ਜ਼ਿਆਦਾ ਦੇ ਦਿੱਤਾ ਤੇ ਲੱਤਾਂ ਤੋਂ ਕੰਮ ਘੱਟ ਲੈਣਾ ਸ਼ੁਰੂ ਕੀਤਾ ਤੇ ਸੱਪ ਦੀਆਂ ਲੱਤਾਂ ਗਾਇਬ ਹੋ ਗਈਆਂ। ਅੱਜ ਵੀ ਸੱਪ ਨੂੰ ਕੱਟਿਆ ਜਾਏ ਤੇ ਉਹਦੀਆਂ 4 ਲੱਤਾਂ ਵਿੱਚੋਂ ਨਿਕਲਦੀਆਂ ਨੇ, ਮਤਲਬ ਲੱਤਾਂ ਨਹੀਂ ਨਿਕਲਦੀਆਂ, ਮਤਲਬ ਨਿਸ਼ਾਨ ਜਿੱਥੋਂ ਉਹਦੀਆਂ 4 ਲੱਤਾਂ ਹੁੰਦੀਆਂ ਸਨ ਜੀ। ਹਾਂਜੀ, ਅੱਜ ਸੱਪ ਦੀਆਂ मतलब कि कोई 4 ਲੱਤਾਂ नहीं हैगियां, पर ਜਦੋਂ बिगिनिंग ऑफ टाइम ਦੇ ਵਿੱਚ ਉਹਦੀਆਂ ਵੀ 4 ਲੱਤਾਂ ਹੁੰਦੀਆਂ ਸਨ। तभी दोस्तों कहते हैं दिमाग का भी यूज करते रहिए, लेकिन ये ना एक दिन दिमाग भी गायब हो जाए। नहीं जी, दिमाग ਜਿਹੜਾ यूज नहीं करेगा ਪਾਰਲ ਜੀ, ਉਹਦਾ ਦਿਮਾਗ ਤੇ ਫਿਰ ਗਾਇਬ ਹੋ ਰਹੀ ਹੈ ਕਿਉਂਕਿ ਦੋਸਤੋ ਵੇਖੋ, ਤੁਸੀਂ ਜਿਹੜੀ ਚੀਜ਼ ਯੂਜ਼ ਨਹੀਂ ਕਰਦੇ, ਜਿਸ ਤਰ੍ਹਾਂ ਮੈਂ ਹੁਣੇ ਰਿਕੁਐਸਟ ਕੀਤਾ ਸੀ, ਫਰਜ਼ ਕਰ ਲਓ ਅਸੀਂ ਡੰਡ ਬੈਠਕਾਂ ਨਹੀਂ ਮਾਰਦੇ, ਔਰ ਜਿਹੜਾ ਮੁੰਡਾ ਡੰਡ ਬੈਠਕਾਂ ਮਾਰਦਾ ਉਹਦੇ ਡੌਲੇ ਵੇਖੋ ਤੇ ਆਪਣੇ ਵੇਖਿਓ, ਕਿਉਂਕਿ ਉਹ ਯੂਜ਼ ਕਰ ਰਿਹਾ, ਉਹਦੀ ਬਾਡੀ 'ਚ ਮਸਲ ਵੇਖਿਓ ਜਿਹੜਾ ਪ੍ਰੈਕਟਿਸ ਕਰਦਾ ਸਵੇਰੇ ਉੱਠ ਕੇ। ਹਾਂਜੀ ਬਿਲਕੁਲ। ਤੇ ਜਿਹੜੇ ਤੇ ਜਿਨ੍ਹਾਂ ਨੇ मतलब कि ਰਾਤ ਨੂੰ ਵਿਸਕੀਆਂ ਤੇ ਕੁੱਕੜ ਖਾ ਕੇ ਘਰਾੜੇ ਮਾਰਨੇ ਨੇ ਤੇ ਉਹਨਾਂ ਦੀਆਂ ਲੱਤਾਂ ਪੁਲਿਸ ਮੁਕਾਬਲੇ ਵਾਲੀਆਂ ਹੁੰਦੀਆਂ ਨੇ ਤੇ ਢਿੱਡ ਦੇ ਥੱਲੇ ਕੱਟਾ ਲੁਕ ਜਾਂਦਾ ਉਹਨਾਂ ਦੀਆਂ, ਤੇ ਐਡੇ ਢਿੱਡ ਗਾਂ ਨਹੀਂ ਹੁੰਦੇ ਕੱਟਾ ਵਿੰਗੀਆਂ ਲੱਤਾਂ ਪੁਲਿਸ ਮੁਕਾਬਲੇ। ਦੱਸੋ ਬਾਜਵਾ ਜੀ, ਆਪਕੋ ਕੱਟਾ ਬੜਾ ਯਾਦ आता है हमेशा। ਕੱਟਾ ਜਿਹੜਾ ਹੁੰਦਾ ਹੈ ਨਾ ਜੀ, ਇਹ ਬੜਾ ਇੱਕ ਲਾਭਕਾਰੀ ਜੀਵ ਹੈ। ਛੋਟੇ ਵੇਖੇ ਨਿੱਕੇ ਨਿੱਕੇ ਕੱਟੇ ਬੜੇ ਪਿਆਰੇ ਲੱਗਦੇ ਹੁੰਦੇ ਨੇ, ਬੜੇ ਲਵਲੀ ਲੱਗਦੇ ਨੇ, ਸਵੀਟ ਲੱਗਦੇ ਨੇ। ਕੱਟੇ ਨਾਲ ਬੜਾ ਜ਼ੁਲਮ ਕੀਤਾ ਜਾਂਦਾ ਕਿਉਂਕਿ ਅਸਲ 'ਚ ਉਹਦੀ ਮਾਂ ਦਾ ਦੁੱਧ ਜਿਹੜਾ ਹੁੰਦਾ ਨਾ, ਉਹ ਕੱਟੇ ਲਈ ਹੁੰਦਾ। ਅਸੀਂ ਕੀ ਕਰਦੇ ਹਾਂ, ਕੱਟੇ ਨੂੰ ਥੱਲੇ ਛੱਡ ਕੇ, ਵੱਛੇ ਨੂੰ ਥੱਲੇ ਛੱਡ ਕੇ, ਉਹ ਮਾਂ ਪੂਰਾ ਦੁੱਧ ਫਿਰ ਥੱਲੇ ਭੇਜ ਦਿੰਦੀ ਹੈ ਤੇ ਅਸੀਂ ਉਹਨੂੰ ਖਿੱਚ ਕੇ ਲਾਂਬੇ ਕਰ ਦਿੰਦੇ ਹਾਂ ਤੇ ਆਪ ਸਾਰਾ ਦੁੱਧ ਜਿਹੜਾ ਉਹ ਬਾਲਟੀ 'ਚ ਪਾ ਦਿੰਦੇ। ਹਮ ਇਨਸਾਨ ਹੈ ਹੀ ਐਸੇ ਬਾਜਵਾ ਜੀ, ਦੇਖ ਲਈ ਨਹੀਂ, ਸਾਡੇ ਉਧਰ ਆ ਲੋਕੀ ਇਹੋ ਜਿਹੇ ਯੂਰਪ 'ਚ ਲੋਕੀ ਨੇ ਜਿਨ੍ਹਾਂ ਨੇ ਇਹ ਪ੍ਰੋਟੈਸਟ ਕੀਤਾ ਸੀ ਭਈ ਜਿਹੜਾ ਗਾਂ ਦਾ ਦੁੱਧ ਹੈ ਉਹ ਉਹਦੇ ਬੱਚਿਆਂ ਵਾਸਤੇ ਹੁੰਦਾ ਵਾ, ਜੇ ਵਧੇ ਤੇ ਠੀਕ ਹੈ, ਜੇ ਨਹੀਂ ਤੁਸੀਂ ਜ਼ੁਲਮ ਕਰ ਰਹੇ ਹੋ, ਔਰ ਉਹ ਬੱਚੇ ਨੂੰ ਕੱਟੇ ਨੂੰ ਪੂਰਾ ਦੁੱਧ ਪੀਣ ਨੂੰ ਦਿਓ। ਜਦੋਂ ਆਪ ਹਟ ਜਾਏਗਾ ਬਾਅਦ 'ਚ ਤੁਹਾਡਾ ਹੱਕ ਬਣਦਾ ਉਹਦੇ ਉੱਤੇ। ਹਾਂਜੀ, ਵੇਖੋ ਅਸੀਂ ਕਿੰਨੀ ਜ਼ਿਆਦਤੀ ਉਹਦੇ ਬੱਚਿਆਂ ਨੂੰ। रहता है फिर बाजवा जी ਨਹੀਂ, ਉਹਨੂੰ ਉਹਨਾਂ ਭੂਖਾ ਤੇ ਨਹੀਂ ਰਹਿੰਦਾ ਵਿਚਾਰਾ, ਫਿਰ ਪੱਠੇ ਪੁੱਠੇ ਖਾ ਲੈਂਦਾ ਹੋਏਗਾ ਤੇ ਉਹਨੂੰ ਉਹਦੇ ਮਾਂ ਦਾ ਦੁੱਧ ਅਸੀਂ ਨਹੀਂ ਦਿੰਦੇ, ਖੁਦ ਉਹਨੂੰ ਖਿੱਚ ਕੇ ਲਾਂਬੇ ਲੈ ਜਾਂਦੇ ਆ। ਮਾਂ ਨੇ ਦੁੱਧ ਉਹਦੇ ਵਾਸਤੇ ਤਿਆਰ ਹੋਈ ਹੁੰਦੀ ਆ ਤੇ ਉਹ ਦੁੱਧ ਫਿਰ ਅਸੀਂ ਆਪ ਪਾਰਟੀ 'ਚ ਪਾ ਲੈਂਦੇ। तो ये बाजवा जी कट्टा ये फीमेल मेल दोनों को ही बोलते हैं? ਨਹੀਂ, ਕੱਟਾ ਜਿਹੜੀ ਫੀਮੇਲ ਹੁੰਦੀ ਹੈ ਉਹਨੇ ਲਿਪਸਟਿਕ ਲਾਈ ਹੁੰਦੀ ਹੈ ਤੇ ਉਹ ਕੱਟੀ ਹੁੰਦੀ ਹੈ। लिपस्टिक
ਹਾਂਜੀ ਤੇ ਉਹ ਕੱਟੀ ਹੁੰਦੀ ਹੈ, ਕਦੀ कदी ਉਹ ਐਨਕਾਂ भी ਲਾਉਂਦੀ ਹੈ ਜਦੋਂ ਧੁੱਪ ਲੱਗੀ ਹੋ। ये बाजवा जी आप मैं आपसे इतना सीरियसली क्वेश्चन नहीं पूछ पारो, रही हूँ, मैं सीरियसली मैं नॉलेज के लिए पूछ रही हूँ, आप लिपस्टिक पता नहीं क्या। ਦੋਸਤੋ ਸਭ ਤੋਂ ਪਹਿਲਾਂ ਇਨਸਾਨ ਅਫਰੀਕਾ ਦੇ ਵਿੱਚ ਦੋ ਲੱਤਾਂ ਤੇ ਖੜਾ ਹੋਇਆ हाँ ਸੀ जी ਤੇ ਉਹ ਇਨਸਾਨ ਜਿਹੜਾ ਸੀ ਪਾਰੋਲ ਜੀ ਉਹ ਆਸਟ੍ਰੇਲੀਆ ਚ ਪਹੁੰਚਿਆ ਸੀ ਸਭ ਤੋਂ ਪਹਿਲਾਂ। जी ਹਾਂਜੀ ਅੱਜ ਵੇਖੋ ਦੋਸਤੋ ਅਸੀਂ ਕਾਲਿਆਂ ਨੂੰ ਕਾਲੇ ਨੀਗਰੋ ਹਬਸ਼ੀ ਕਹਿ ਕੂ ਕੇ ਨਾ ਕਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੀ ਇਨਸਲਟ ਜਿਹੀ ਕਰਦੇ ਆ। ਬਿਲਕੁਲ, ਬਿਲਕੁਲ। ਔਰ ਤੁਹਾਡੇ ਦਾਦੇ ਪੜਦਾਦੇ ਲੱਕੜ ਦਾਦੇ ਨੇ ਤੁਹਾਡੇ ਸਾਰਿਆਂ ਦੇ ਅਸੀਂ ਉਹਨਾਂ ਦੀ ਨਸਲ ਆ। ਸਭ ਤੋਂ ਪਹਿਲਾਂ ਇਨਸਾਨ ਅਫਰੀਕਾ ਦੇ ਵਿੱਚ ਸੀ। ਅੱਛਾ ਹੁਣ ਗੱਲ ਆ ਗਈ ਜੀ ਸਟੋਨ ਏਜ ਦੀ ਪਾਰੋ ਜੀ, ਜਿਸ ਤਰ੍ਹਾਂ ਅਸੀਂ ਸਟੋਨ ਏਜ ਦੀ ਗੱਲ ਕਰਨੇ ਆ हाँ जी ਉਦੋਂ ਸੱਜਣੋ ਸਟੋਨ ਹੀ ਸਟੋਨ ਸਨ। जी ਜਿੱਧਰ ਪਹਾੜਾਂ ਦੇ ਪਹਾੜ ਤੇ ਇਲਾਕਿਆਂ ਦੇ ਇਲਾਕੇ ਤੇ ਗੁਫਾਵਾਂ ਵੀ ਸਟੋਨਾਂ ਦੀਆਂ। ਹੁਣ ਬੰਦੇ ਦਾ ਵਾਸ ਸਭ ਤੋਂ ਪਹਿਲਾਂ ਕਿਹਦੇ ਨਾਲ ਪਿਆ ਜੀ? ਪੱਥਰਾਂ ਨਾਲ। जी ਹਾਂਜੀ ਜਦੋਂ ਦਾ ਪੱਥਰਾਂ ਨਾਲ ਉਹਨੇ ਪੱਥਰਾਂ ਨਾਲ ਖੇਡਣਾ ਸ਼ੁਰੂ ਕੀਤਾ। ਪੱਥਰਾਂ ਨੂੰ ਇਹ ਜਿਹੜੇ ਪੱਥਰ ਗੋਲ ਮੋਲ ਹੁੰਦੇ ਨੇ ਨਾ ਦੋਸਤੋ, ਇਹ ਗੋਲ ਪੱਥਰ ਸਾਰੇ ਪਾਣੀ ਵਿੱਚ ਬਹੁਤ ਕਈ ਸਾਲ ਵਗਦੇ ਪਾਣੀ 'ਚ ਰਹਿੰਦੇ ਨੇ जी ਤੇ ਇਹ ਵੱਜ ਕੇ ਕੰਢਿਆਂ ਨਾਲ ਰੇਤ ਨਾਲ ਤੇ ਗੋਲ ਤੇ ਫਾਈਨ ਹੋ ਜਾਂਦੇ। जी ਜਿਹੜੇ ਖਿੰਗਰੇ ਜੇ ਤੇ ਮਤਲਬ ਕਿ ਪੱਥਰ ਹੈਗੇ ਨੇ ਨਾ ਵਿੰਗੇ ਤਣਿੰਗੇ ਉਹਨਾਂ ਦਾ ਅਜੇ ਪਾਣੀ ਨਾਲ ਵਾਹ ਨਹੀਂ ਪਿਆ ਹੈਗਾ। ਤੇ ਜਿਹੜਾ ਸਾਰਾ ਪੱਥਰ ਆ ਢੇਰਾਂ ਦੇ ਢੇਰ ਲੱਗੇ ਨੇ ਕਾਲੇ ਰੰਗ ਦਾ ਤੇ ਇਹ ਦੋਸਤੋ ਇਹ ਲਾਵਾ ਫੁੱਟਿਆ ਸੀ। ਇਹ ਪਹਾੜ ਜਿਹੜੇ ਬੜੇ ਨੇ ਸਾਡੀ ਧਰਤੀ ਦੇ ਉੱਤੇ ਇਹ ਲਾਵਾ ਫੁੱਟਿਆ ਸੀ। ਧਰਤੀ ਸਾਡੀ ਬਹੁਤ ਗਰਮ ਸੀ जी ਉਹ ਸਮੇਂ ਦੇ ਨਾਲ ਠੰਡੀ 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 ਹੁੰਦੀ ਜਾ ਰਹੀ ਹੈ ਪਰ ਅਜੇ ਵੀ ਉਹਦਾ ਜਿਹੜਾ ਥੇਠਲਾ ਪੋਰਸ਼ਨ ਹੈ ਦੋਸਤੋ ਉਹ ਬਹੁਤ ਗਰਮ ਹੈ ਪਰ ਅਸੀਂ ਆਪਣੇ ਟੌਪਿਕ ਤੋਂ ਥੋੜੇ ਜਿਹੇ ਲਾਂਭੇ ਜਾ ਰਹੇ ਹਾਂ। जी हमारे साथ कोई कॉलर जुड़ गए हैं। ਪ੍ਰਵਾਦ ਰੇਡੀਓ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ? ਗੁਰਵੰਤਾ ਸਿੰਘ ਸੰਧੂ ਜੀ। ਬੱਲੇ 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 ਬੱਲੇ। नमस्कार सर, बहुत नमस्कार जी, नमस्कार। ਪਾਰੋ ਜੀ, ਬਾਜਵਾ ਜੀ ਤੇ ਸਾਰੇ ਸਰੋਤਿਆਂ ਨੂੰ ਨਮਸਕਾਰ ਜੀ। ਜੀ ਸਾਰੇ ਸਰੋਤਿਆਂ ਵੱਲੋਂ ਨਾ ਪ੍ਰਵਾਦ ਰੇਡੀਓ ਦੇ ਸਰੋਤਿਆਂ ਵੱਲੋਂ ਹਾਂਜੀ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਜਵਾ ਜੀ ਅੱਜ ਵਿਸ਼ਾ ਬੜਾ ਕਮਾਲ ਦਾ ਹੈ। ਬਸ ਜੀ ਫਿਰ ਇਸ ਤਰ੍ਹਾਂ ਹੀ ਇਨਸਾਨ ਵੀ ਤੇ ਕਮਾਲ ਹੈ ਨਾ। ਇਹ ਨਾ ਤੁਹਾਡੀਆਂ ਗੱਲਾਂ ਮੈਂ ਸੁਣਦਾ ਰਹਿਣਾ ਰੋਜ਼। जी ਤੁਸੀਂ ਦੱਸਿਆ ਸੀ ਵੀ ਬੰਦਾ ਜਿਹੜਾ ਬਾਂਦਰ ਤੋਂ ਬਣਿਆ ਹੈ ਹਾਂਜੀ ਤੇ ਜਿਹੜੀ ਔਰਤ ਬਣੀ ਹੈ ਪਰੀ ਤੋਂ। ਹਾਂਜੀ ਔਰਤਾਂ ਇੱਕ ਸੈਕਿੰਡ ਬੰਦਾ ਬਣਿਆ ਬਾਂਦਰ ਤੋਂ ਤੇ ਔਰਤ ਬਣੀ ਪਰੀ ਤੋਂ। ਹਾਂਜੀ 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 ਇਹ ਕਹਾਣੀ ਕਿਵੇਂ ਬੀਤੀ ਦੱਸੋ ਬਾਜਵਾ ਜੀ। ਫਿਰ ਬਾਂਦਰਾਂ ਨੇ ਪਰੀ ਵਸ ਕਿਵੇਂ ਕੀਤੀ? ਅੱਛਾ 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 ਬਲਕਿ ਕਹਾਣੀ ਕਿੱਦਾਂ ਬੀਤੀ ਤੇ ਬਾਂਦਰਾਂ ਨੇ ਪਰੀ ਵਸ ਕਿਵੇਂ ਕੀਤੀ? ਬਾਂਦਰਾਂ ਨੇ ਅਜੇ ਵੀ ਦੁਨੀਆ ਵਸ ਚ ਕੀਤੀ ਹੈ। ਜੇ ਪਰੀ ਵਸ ਕਰ ਲਈ ਤੇ ਨੇਰ ਕੀ ਪੈ ਗਿਆ। ਅਜੇ ਵੀ ਦੁਨੀਆ ਬਾਂਦਰਾਂ ਦੇ ਹੱਥ 'ਚ ਹੈ। ਦੁਨੀਆ ਬਾਂਦਰਾਂ ਦੇ ਹੱਥ 'ਚ ਹੈ ਅਜੇ ਵੀ ਜੇ ਵੇਖਿਆ ਜਾਵੇ ਤੇ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ ਜਿਹੜੀਆਂ ਸਰਕਾਰਾਂ ਨੇ ਉਹ ਬੇਕੂਫ ਲੋਕਾਂ ਦੇ ਹੱਥ 'ਚ ਨੇ। ਸਿਰਫ 2% ਕੋਈ ਸਿਆਣੇ ਜੀਨੀਅਸ ਲੋਕ ਹੋਣਗੇ, 3% ਹੋਣਗੇ, ਉਹਨਾਂ ਦੀ ਪੇਸ਼ ਨਹੀਂ ਜਾਂਦੀ। ਹਾਂਜੀ ਜਿਹੜੀ ਮਤਲਬ ਕਿ ਜਿਹੜਾ ਧਨ ਹੈ ਇਹ ਬੇਕੂਫਾਂ ਕੋਲ ਜ਼ਿਆਦਾ ਆਉਂਦਾ, ਸਮਝ ਨਹੀਂ ਆਉਂਦੀ, ਅਨਪੜ੍ਹਾਂ ਕੋਲ ਜ਼ਿਆਦਾ ਆਉਂਦਾ। ਹਾਂਜੀ ਇਸ ਕਰਕੇ ਜਿਹੜੇ ਰਾਜ ਕਰਨ ਰਹੇ ਨੇ ਲੋਕ ਬਾਕੀ ਹੋਵੇ ਸਾਡਾ ਹਿੰਦੁਸਤਾਨ ਜੇ ਵੇਖਿਆ ਜਾਵੇ ਤੇ ਮਤਲਬ ਕਿ ਤੁਹਾਨੂੰ ਗੱਲ ਫੰਨੀ ਲੱਗੇਗੀ। ਜੇ ਬਾਂਦਰਾਂ ਹੱਥ ਸਰਕਾਰਾਂ ਆ ਸਕਦੀਆਂ ਨੇ ਤੇ ਕੀ ਗੱਲ ਆ ਬਾਂਦਰ ਪਰੀਆਂ ਨੂੰ ਨਹੀਂ ਕਰ ਸਕਦੇ ਕੰਟਰੋਲ? नहीं बिल्कुल नहीं कर सकते। मैं तो नहीं कंट्रोल में आई किसी के। ਭਾਈ ਤੁਸੀਂ ਗੁਰਦੱਤੇ ਨਾਲ ਗੱਲ ਕਰ ਲਓ ਪਾਰੋ ਜੀ। ਗੁਰਦੱਤਾ ਜੀ ਪਾਰੋ ਨਾ ਕਰੋ ਗੱਲ, ਤੁਹਾਡੇ ਨਾਲ ਗੱਲ ਕਰ। ਮੈਂ ਸੁਣਾਉਣਾ ਗੱਲ जी गुरुदेवता जी मुझे पता है आप जो परी परी कुछ कह रहे हैं ना तो आपका कुछ विषय आगे जा रहा है। मैं समझ ਕੋਈ ਪਰੀ ਦਾ ਤੇਰਾ ਨਾਂ ਤਰਿਆ, ਪਰੀਆਂ ਤਾਂ ਹੋਰ ਹੁੰਦੀਆਂ ਸੀ, ਦੇਖੀਆਂ ਨਹੀਂ। ਉਹ ਪਰੀਆਂ ਨੂੰ ਖੰਭ ਹੁੰਦੇ ਸਨ ਪਾਰੋ। ਆਹੋ ਉਹ ਉੱਡ ਕੇ ਆ ਜਾਂਦੀਆਂ ਹੁੰਦੀਆਂ ਸਨ। ਹਾਂਜੀ अच्छा ਯਾਨੀ ਗੱਲ ਇਹ ਹੈ ਵੀ ਬਾਂਦਰ ਤੇ ਠੀਕ ਹੈ ਸਾਂਝ ਬਣ ਗਈ ਪਰ ਪਛਤਾਈ ਦੋਵੇਂ ਜਾਂਦੇ ਉਹ। ਅੱਛਾ ਪਰੀ ਵੀ ਪਛਤਾਉਣ ਡਈ ਆ ਤੇ ਬਾਂਦਰ ਵੀ ਪਛਤਾਉਣ। ਉਹ ਕਿਉਂ ਦਿੱਤਾ ਜੀ? ਉਹ ਸੁਣਾਉਣ ਲੱਗਾ ਮੈਂ। ਅੱਛਾ ਸੁਣਾਓ ਜੀ।
ਉਹ ਵੀ ਰੋ ਰਹੀ ਹੈ, ਉਹ ਵੀ ਰੋ ਰਿਹਾ ਹੈ, ਕੌਣ ਬੇਵਫਾ ਹੈ, ਇਹ ਕੀ ਹੋ ਰਿਹਾ ਹੈ। ਵਾਹ 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 ਵਾਹ। ਉਹ ਵੀ ਰੋ ਰਹੀ, ਉਹ ਵੀ ਰੋ ਰਿਹਾ ਹੈ, ਕੌਣ ਬੇਵਫਾ, ਇਹ ਕੀ ਹੋ ਰਿਹਾ ਹੈ। ਵਾਹ ਵਾਹ। ਆਦਮੀ ਤੇ ਔਰਤ ਦੀ ਇੱਕੋ ਹੀ ਕਹਾਣੀ ਹੈ, ਅੱਜ ਦੀ ਨਹੀਂ, ਇਹ ਤਾਂ ਸਦੀਆਂ ਪੁਰਾਣੀ ਹੈ। ਵਾਹ ਹੰਝੂਆਂ ਦੇ ਪਾਣੀ ਨਾਲ ਮਨ ਨੂੰ ਧੋ ਰਿਹਾ ਹੈ, ਉਹ ਵੀ ਰੋ ਰਹੀ ਹੈ, ਉਹ ਵੀ ਰੋ ਰਿਹਾ ਹੈ, ਵਾਹ, ਕੌਣ ਬੇਵਫਾ ਹੈ, ਇਹ ਕੀ ਹੋ ਰਿਹਾ ਹੈ। ਇਹ ਕੀ ਹੋ ਬਹੁਤ बढ़िया बहुत बढ़िया। ਦੋਵੇਂ ਦਾਵਾ ਕਰੀ ਜਾਂਦੇ ਸੱਚੇ ਸੁੱਚੇ ਪਿਆਰ ਦਾ, ਦੋਵੇਂ ਦਾਵਾ ਕਰੀ ਜਾਂਦੇ ਸੱਚੇ ਸੁੱਚੇ ਪਿਆਰ ਦਾ, ਆਪ ਨੂੰ ਹੀ ਪਤਾ ਹੁੰਦਾ ਆਪਣੇ ਵਿਹਾਰ ਦਾ। ਬਿਲਕੁਲ। ਇੱਕ ਦੂਜੇ ਕੋਲੋਂ ਭੇਤ ਕਿਉਂ ਲੁਕੋ ਰਿਹਾ ਹੈ, ਉਹ ਵੀ ਰੋ ਰਹੀ ਹੈ, ਉਹ ਵੀ ਰੋ ਰਿਹਾ ਹੈ, ਕੌਣ ਬੇਵਫਾ ਹੈ, ਇਹ ਕੀ ਹੋ ਰਿਹਾ ਹੈ। ਗੁਰਦਿੱਤਾ ਜੀ ਬੜੇ ਡੂੰਘੇ ਲਫ਼ਜ਼ ਤੁਸੀਂ ਲਿਖੇ ਨੇ ਕਿ ਇੱਕ ਦੂਜਿਆਂ ਨੂੰ ਪਤਾ ਹੈ ਸਾਰਿਆਂ ਨੂੰ, ਪਰ ਰੋਣ ਸਾਰੇ ਹੀ ਨੇ। ਵਾਟ ਵੰਡਰਫੁਲ ਦੀ ਵੇ ਯੂ ਐਕਸਪ੍ਰੈਸ। ਅੱਗੇ ਸੁਣੋ ਜੀ। ਹਾਂਜੀ। ਮਸਲੇ ਦਾ ਹੱਲ ਭਾਵੇਂ ਇੱਕ ਦੂਜੇ ਕੋਲ ਹੈ, ਮਸਲੇ ਦਾ ਹੱਲ ਭਾਵੇਂ ਇੱਕ ਦੂਜੇ ਕੋਲ ਹੈ, ਦੋਹਾਂ ਦੇ ਦਿਲਾਂ 'ਚ ਪਿਆਰ ਤੋਹਫਾ ਅਨਮੋਲ ਹੈ। ਵਾਹ। ਇੱਕ ਦੂਜੇ ਦੇ ਹੱਕ ਕਿਉਂ ਖੋ ਰਿਹਾ ਹੈ, ਉਹ ਵੀ ਰੋ ਰਹੀ ਹੈ, ਉਹ ਵੀ ਰੋ ਰਿਹਾ ਹੈ, ਕੌਣ ਬੇਵਫਾ ਹੈ, ਇਹ ਕੀ ਹੋ ਰਿਹਾ ਹੈ। ਬਹੁਤ ਖੂਬ। वाह 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 ਕਿਉਂ ਪਾਰੂ ਜੀ? बढ़िया Wonderful। बहुत बढ़िया। ਤਨ ਅਤੇ ਮਨ ਦੀਆਂ ਸਾਂਝਾਂ ਵੀ ਬਣਾ ਲੀਆਂ, ਜੀ। ਤਨ ਅਤੇ ਮਨ ਦੀਆਂ ਸਾਂਝਾਂ ਵੀ ਬਣਾ ਲੀਆਂ, ਨਿੱਕੀ ਨਿੱਕੀ ਗੱਲ ਤੋਂ ਦਿਲਾਂ 'ਚ ਤਰੇੜਾਂ ਕਾਹਦੋਂ ਪਾ ਲੀਆਂ। ਗੁਰਾਂ ਦਿੱਤਾ ਦੋਹਾਂ ਦੇ ਦਿਲਾਂ ਨੂੰ ਢੋ ਰਿਹਾ ਹੈ, ਉਹ ਵੀ ਰੋ ਰਹੀ ਹੈ, ਉਹ ਵੀ ਰੋ ਰਿਹਾ ਹੈ, ਕੌਣ ਬੇਵਫਾ ਹੈ, ਇਹ ਕੀ ਹੋ ਰਿਹਾ ਹੈ। ਵਾਹ ਵਾਹ। ਵਾਕਿਆ ਜੀ ਇਹ ਤੁਹਾਡੀਆਂ ਜਿਹੜੀਆਂ ਲਾਈਨਾਂ ਨੇ ਇਹ ਆਪਾ ਪੜਚੋਲ ਦੀਆਂ ਲਾਈਨਾਂ ਨੇ। ਆਪਾ ਪੜਚੋਲ ਹੁੰਦਾ ਪਾਰੋ ਜੀ ਆਪਣੇ ਆਪ ਸੋਚਣਾ ਕਿ ਮੇਰਾ ਕਸੂਰ ਕਿੰਨਾ ਹੈ, ਅਗਲੇ ਦਾ ਕਸੂਰ। ਆਪਾ ਪੜਚੋਲ ਆਪਣੇ ਅਗੇਂਸਟ ਸੋਚਣਾ ਕਿ ਮੈਂ ਠੀਕ ਕਿੰਨਾ ਤੇ ਗਲਤ ਕਿੰਨਾ ਹੈ। ਬਹੁਤ ਸੋਹਣੀ ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਆਪਣਾ ਬਿਆਨ ਕੀਤਾ ਜੀ। ਤੇ ਫਿਰ ਵੇਖੋ ਨਾ ਹੁਣ ਬਾਂਦਰ ਤੇ ਪਰੀਆਂ ਦੀ ਫਿਰ ਜਿਹੜੀ ਲੜਾਈ ਹੈ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਤੇ ਇਹ ਆਪਣਾ ਗੁਰਦਿੱਤਾ ਜੀ ਜਿਸ ਤਰ੍ਹਾਂ ਤੁਸੀਂ ਸਮਝਾਇਆ ਹੈ ਨਾ ਇਹ ਅੰਡਰਸਟੈਂਡਿੰਗ ਨਾਲ ਤੇ ਝਗੜਾ ਹੀ ਕੋਈ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਵੇਖੋ ਜੇ ਅਸੀਂ ਟੇਬਲ ਤੇ ਬਹਿ ਕੇ ਗੱਲ ਕਰ ਲਈ ਹੈ ਤੇ ਝਗੜਾ ਹੀ ਕੋਈ ਨਹੀਂ। ਉਹ ਦੋਸਤੋ ਵਰਲਡ ਵਾਰਾਂ ਵੀ ਟੇਬਲ ਤੇ ਹੀ ਮੁੱਕੀਆਂ ਸਨ। ਪਹਿਲਾਂ ਲੜ ਵੇਖ ਲਿਆ ਸੀ, ਮਿਲੀਅਨ ਲੋਕੀ ਮਾਰ ਕੇ ਤੋਪਾਂ ਤੇ ਗ੍ਰਨੇਡ ਤੇ ਬੇੜੇ ਚਲਾ ਕੇ ਵੇਖ ਲਏ ਹਨ, ਪਰ ਗੱਲ ਪਾਰੋ ਜੀ ਟੇਬਲ ਤੇ ਹੀ ਮੁੱਕੀ ਸੀ ਆਣ ਕੇ। ਤੇ ਤੁਸੀਂ ਪਹਿਲਾਂ ਹੀ ਕਿਉਂ ਨਹੀਂ ਟੇਬਲ ਦੇ ਉੱਤੇ ਬਹਿ ਕੇ ਗੱਲ ਕਰਦੇ, ਭਾਵੇਂ ਉਹ ਡੋਮੈਸਟਿਕ ਭਾਵੇਂ ਨੈਸ਼ਨਲ ਭਾਵੇਂ इंटरनेशनल। जी बिल्कुल बिल्कुल जी। हाँ मैं तो बाजवा जी जब भी शादी करूंगी पहले टेबल पर बैठूंगी घर पे। अच्छा ठीक। 2 कुर्सियां तो टेबल पहले। अच्छा जी लो जी। नहीं पारो ਜੇ ਤੁਹਾਡੇ ਉਹ ਫੇਰੇ ਜੇ ਕਰਨਾ ਥੱਲੇ ਬਹਿਣਾ ਪਊਗਾ ਫਿਰ ਤੁਹਾਨੂੰ। ਉਹ ਪਾਰੋ ਕਹਿੰਦੀ ਮੈਂ ਥੱਲੇ ਨਹੀਂ ਬਹਿਣਾ, ਮੈਂ ਕੁਰਸੀ ਤੇ ਬਹਿ ਕੇ ਫੇਰੇ ਕਰਾਉਣਾ। ਜਦੋਂ ਵਿਆਹ ਬਾਂਦਰ ਨਾਲ ਕਰਨਾ ਤੇ ਫਿਰ ਥੱਲੇ ਕਿਉਂ ਜਾਂ ਤੇ ਬਾਂਦਰ ਨੂੰ ਵੀ ਥੱਲੇ ਲਾਓ ਦਰਖਤ। ਉਹ ਬਾਂਦਰ ਵੀ ਥੱਲੇ ਹੋਊਗਾ। ਅੱਛਾ ਨਹੀਂ ਇਹਦੀ ਸ਼ਰਤ ਇਹ ਹੈ ਪਹਿਲਾਂ ਬਾਂਦਰ ਥੱਲੇ ਆਏ ਮੈਂ ਕੁਰਸੀ ਤੋਂ ਫਿਰ ਥੱਲੇ ਉਤਰਾਂ। ਕਿਉਂ ਦੋਵਾਂ ਚ ਲੜਾਈ ਪਾਉਣੇ ਬਾਅਦ ਫਿਰ ਵਿਆਹ ਕਾਹਦਾ ਹੋਣਾ। ਗੁਰਦਿੱਤਾ ਜੀ गुरदित्ता जी बिल्कुल दिन ब दिन बड़े जबरदस्त आप राइटिंग कर रहे हैं, सुना रहे हैं। गुरदित्ता जी ये की हो रहा है। ਜ਼ਿੰਦਗੀ ਹੈ ਕਿ ਨਾਟਕ ਮਿਲ ਗਿਆ ਰੋਲ ਨਿਭਾਉਣਾ ਹੈ ਤੇ ਫੁੱਲਾਂ ਵਾਂਗੂ ਕੰਡਿਆਂ ਵਿੱਚ ਵੀ ਹੱਸ ਕੇ ਜਿਉਣਾ ਹੈ। ਵਾਹ ਵਾਹ ਵਾਕਿਆ ਇਹ ਜ਼ਿੰਦਗੀ ਹੈ ਪਾਰੋ ਬੇਟੀ। ਹੋਰ ਗੱਲਾਂ ਆਪਾਂ ਕਰੀ ਜਾਂਦੇ ਆ ਬਥੇਰਾ, ਪਰ ਈਗੋ ਖਤਮ ਕਰਨੀ ਚਾਹੀਦੀ ਮਨੁੱਖ ਨੂੰ ਆਪਣੇ ਚੋਂ। ਵੇਖੋ ਜੀ ਅਸੀਂ ਸਾਰੇ ਹੀ ਇੱਕ ਦੂਜੇ ਨੂੰ ਜਦੋਂ ਹਦਾਇਤਾਂ ਦਿੰਦੇ ਆ ਗੁਰਦਿੱਤਾ ਜੀ ਅਸੀਂ ਬੜੇ ਵਿਦਵਾਨ ਬਣ ਕੇ ਨਾ ਪੁੱਤਰ ਇਸ ਤਰ੍ਹਾਂ ਨਹੀਂ ਕਰੀਦਾ, ਵੱਡਿਆਂ ਦੀ ਇੱਜ਼ਤ ਕਰੀਦੀ ਹੈ, ਛੋਟਿਆਂ ਨਾਲ ਪਿਆਰ ਕਰੀਦਾ, ਸਹਿਣਸ਼ੀਲਤਾ ਹੋਣੀ ਚਾਹੀਦੀ ਹੈ, ਨਿਮਰਤਾ ਹੋਣੀ ਚਾਹੀਦੀ ਹੈ, ਪਰ ਅਸੀਂ ਹਦਾਇਤਾਂ ਬੜੀਆਂ ਵਧੀਆ ਕਰ ਲੈਂਦੇ ਆ ਪਰ ਆਪਣੇ ਆਪ ਤੇ ਲਾਗੂ ਨਹੀਂ ਹੋਣ ਦਿੰਦੇ। ਉਹ ਪਤਾ ਨਹੀਂ ਨਾ ਹੁੰਦਾ ਆਪਦਾ, ਜਿਵੇਂ ਐ ਇਸ ਤਰ੍ਹਾਂ ਲੱਗਦਾ ਜੀ ਅਕਲ ਤਾਂ ਮੇਰੇ ਕੋਲ ਜ਼ਿਆਦੇ ਹੈ, ਪੈਸਾ ਬਾਜਵਾ ਜੀ ਕੋਲ ਜ਼ਿਆਦੇ ਹੈ, ਅਕਲ ਮੇਰੇ ਕੋਲ ਜ਼ਿਆਦੇ ਹੈ। ਮੈਂ ਜੀ ਪਤਾ ਹੁੰਦਾ ਨਾ ਆਪਣੇ ਧੀਆਂ ਪੁੱਤਰ ਤੇ ਦੂਸਰੇ ਦੀ ਵਾਈਫ ਥੋੜੀ ਲੱਗਦੀ ਹੁੰਦੀ ਹੈ। ਇਹ ਤਾਂ ਗੱਲ ਹੈ ਜੀ, ਸਹਿਣਸ਼ੀਲਤਾ, ਨਿਮਰਤਾ, ਮਿੱਠ ਬੋਲੀ ਤੇ ਪਿਆਰ ਉਹ ਪੂਰਾ ਇਨਸਾਨ ਹੈ ਜਿਸ ਵਿੱਚ ਇਹ ਗੁਣ ਚਾਰ ਵਾਕਿਆ ਜੀ ਇਹ ਮੁੱਢਲੇ ਗੁਣ ਮਿਲਸਤਾਂ ਜੀ ਹੋਣੇ ਚਾਹੀਦੇ ਜੀ ਗੁਰਦਿੱਤਾ ਜੀ। ਅੱਛਾ ਬਾਜਵਾ ਜੀ ਹਾਜ਼ਰੀ ਮਨਜ਼ੂਰ ਕਰਿਓ। ਥੈਂਕ ਯੂ ਗੁਰਦਿੱਤਾ ਜੀ, ਬਹੁਤ ਖੂਬ ਤੁਹਾਡੀ ਕਵਿਤਾ, ਯੂ ਸੈਡ ਵੰਡਰਫੁਲੀ, ਬਹੁਤ ਸੋਹਣਾ ਲਿਖਦੇ ਹੋ। ਅੱਜ ਗੱਲ ਹੋ ਗਈ ਸੀ ਉਧਰ ਆਪਣੇ? ਹਾਂਜੀ ਹੋ ਗਈ ਸੀ ਜੀ, ਉਹ ਅਗਲੀ ਵਾਰੀ ਦੀ ਗੱਲਬਾਤ ਹੋਈ ਹੈ ਸਾਡੀ।
ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਗੁਰਦਿੱਤਾ ਜੀ। ਥੈਂਕ ਯੂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਚੰਗਾ ਪਾਰੋ ਬੇਟੀ, ਜਿਉਂਦੇ ਰਹੋ ਵਿਆਹ ਤੇ ਸੱਦੇ ਸਾਨੂੰ। ਥੈਂਕ ਯੂ। ਮੈਂ ਯਾਦ ਕਰਾਉਂਦਾ ਰਹੂੰਗਾ ਵਾ। ਅਸੀਂ ਫਿਰ ਤੁਹਾਨੂੰ ਨਹੀਂ ਜੇ ਸੱਦਣਾ ਜੇ ਇਹ ਗੱਲ ਹੈ। ਉਹ ਨਹੀਂ ਫਿਰ ਕੋਈ ਗੱਲਬਾਤ ਹੋਊਗੀ ਤਾਂ ਬਸ ਸੰਭਾਲ ਤਾਂ ਲਵਾਂਗੇ। ਅੱਛਾ ਚਲੋ ਠੀਕ ਹੈ ਕਿਉਂਕਿ ਪਾਰੋ ਨੇ ਕਿਹਾ ਮੈਂ ਕੁਰਸੀ ਤੇ ਬਹਿਣਾ, ਮੈਂ ਇੱਥੇ ਬਹਿਣਾ। ਪਹਿਲਾਂ ਤੁਸੀਂ ਬਾਂਦਰ ਭਾਈ ਸਾਹਿਬ ਨੂੰ ਥੱਲੇ ਭਾਓਗੇ ਫੇਰ ਪਾਰੋ अगर बाजवा जी और 10-15 साल शादी नहीं ना हुई तो कुर्सी पे ही बैठ के शादी करनी पड़ेगी। फिर तो सोटी भी हथ फड़नी पड़ेगी। थैंक यू गुरदित्ता जी, थैंक यू, धन्यवाद, शुक्रिया जी सारे। थैंक यू वेरी मच, बाय बाय। ਪ੍ਰਵਾਦ ਰੇਡੀਓ ਦੇ ਵੇੜੇ ਤੁਹਾਡਾ ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਜੀ ਤੇ ਕਿੱਥੋਂ ਬੋਲ ਰਹੇ ਹੋ? मैं सूबा सिंह खैरा जी बटाले तो। वाह जी वाह, खैरा साहब वेलकम वेलकम जी। वेलकम सर, वेलकम। प्रवाद रेडियो में स्वागत है बड़ा बड़ा। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਾਰੇ ਸਰੋਤੇ ਪ੍ਰਵਾਦ ਰੇਡੀਓ ਦੇ ਵੱਲੋਂ ਵੀ ਤੁਹਾਨੂੰ ਖੈਰਾ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਤੇ ਉਹ ਗੱਲ ਤੇ ਮਜ਼ਾ ਬੜਾ ਆਉਂਦਾ ਸੀ ਸੁਣਨ ਦਾ। ਮੈਂ ਤੁਹਾਡੇ ਖੈਰਾ ਸਾਹਿਬ ਤੁਹਾਡੇ ਟੈਲੀਫੋਨ ਦੀ ਆਵਾਜ਼ ਹਮੇਸ਼ਾ ਦੂਸਰਿਆਂ ਨਾਲੋਂ ਡਾਊਨ ਹੈ। ਅੱਛਾ ਜੀ, ਆਵਾਜ਼ ਮੈਨੂੰ ਆ ਰਹੀ ਹੈ ਸਰ ਪੂਰੀ ਮੇਰੀ? ਚਲੋ ਕੋਈ ਨਹੀਂ, ਮੈਂ ਇਧਰੋਂ ਥੋੜੀ ਜੀ ਉੱਚੀ ਕੀਤੀ ਹੈ, ਤੁਸੀਂ ਕਰੋ ਗੱਲ। ਠੀਕ ਹੈ। ਇਹ ਜਿਹੜਾ ਪੱਥਰ ਚੁੱਕ ਪਾਈਪ ਬਜਾ ਸਾਹਿਬ ਮਨੁੱਖ ਨੇ ਸਭ ਤੋਂ ਪਹਿਲਾਂ ਦੱਸਿਆ ਬਈ ਪੱਥਰਾਂ ਦੇ ਨਾਲ ਹੀ ਆਪਣਾ ਜਿਹੜੀ ਨਾ ਚੁੱਕ ਕੇ ਮਾਰਾ ਮਰਾਈ ਜਿਹੜੀ ਇੱਧਰ ਉੱਧਰ ਸ਼ੁਰੂ ਕੀਤੀ ਆਪਣਾ ਜਿਹੜਾ ਜੀ ਪੱਥਰ ਦੇ ਨਾਲ। ਤੇ ਦੂਸਰੇ ਨੰਬਰ ਦੇ ਉੱਤੇ ਮੁੜ ਕੇ ਜਦੋਂ ਉਹਨੇ ਪੱਥਰ ਨੂੰ ਘੜ ਕੇ ਨਤੀਜਾ ਵਗੈਰਾ ਬਣਾ ਕੇ ਇਹਦਾ ਹੀ ਹਥਿਆਰ ਦੇ ਤੌਰ ਤੇ ਵੀ ਇਹਨੂੰ ਉਹਨੇ ਵਰਤਣਾ ਸ਼ੁਰੂ ਕੀਤਾ। ਪਤਾ ਤੈਨੂੰ ਨਾ ਜਾ ਨੂੰ ਹਾਂਜੀ ਜੀ ਕਰੋ ਗੱਲ ਤੁਸੀਂ। ਹਾਂ ਇਹ ਪੱਥਰ ਤੋਂ ਸ਼ੁਰੂਆਤ ਹੋਈ ਜਿਹੜੀ ਪਹਿਲਾਂ ਉਹਨੂੰ ਆਪਣੇ ਸ਼ਿਕਾਰ ਵਗੈਰਾ ਮਾਰਨ ਲਈ। ਜੀ ਬਿਲਕੁਲ ਜਿਹੜੀ ਅੱਗ ਦੀ ਜਿਹੜੀ ਖੋਜ ਮੇਰਾ ਫੋਨ ਕੱਟੋ ਚੱਲਦਾ ਮੇਰਾ ਖਿਆਲ ਤੁਸੀਂ। ਹਾਂ ਠੀਕ ਹੈ, ਤਾਂ ਹੀ ਇੱਕੋ ਆ ਰਹੀ ਸੀ। ਆਪਣਾ ਖੈਰਾ ਸਾਹਿਬ 1 ਮਿੰਟ ਵੇਟ ਕਰਿਓ। ਲਾਈਨਾਂ ਕੱਟਦੇ ਸਾਰੀਆਂ ਤੇ। ਖੈਰਾ ਸਾਹਿਬ ਦੁਬਾਰਾ ਟੈਲੀਫੋਨ ਕਰਿਓ। ਮੈਂ ਕਰਦਾ ਨਹੀਂ, ਹੁਣ ਨਾ ਕਰਿਓ, ਹੁਣ ਠੀਕ ਹੈ। ਖੈਰਾ ਸਾਹਿਬ ਤੁਸੀਂ ਕਰੋ ਗੱਲਬਾਤ। ਖੈਰਾ ਸਾਹਿਬ ਦੁਬਾਰਾ ਟੈਲੀਫੋਨ ਕਰਿਓ। ਖੈਰਾ ਸਾਹਿਬ ਤੁਸੀਂ ਕਰੋ ਗੱਲ। ਹਾਂਜੀ ਖੈਰਾ ਸਾਹਿਬ ਹੁਣ ਮੇਰੀ ਆਵਾਜ਼ ਸੁਣ ਰਹੀ ਜੀ? ਆਵਾਜ਼ ਆਈ ਵਜਾ ਸਾਹਿਬ? ਹੁਣ ਆਵਾਜ਼ ਆਈ ਹੈ, ਠੀਕ ਹੈ। ਕਿਉਂਕਿ ਉਹ ਪਹਿਲਾਂ ਨਾ ਕਾਲ ਇੱਕ ਹੋਰ ਕੱਟੀ ਨਹੀਂ ਸੀ ਗਈ। ਠੀਕ ਹੈ ਜੀ। ਤੇ ਉਹ ਡਿਸਟਰਬ ਕਰ ਰਹੀ ਸੀ ਵਿੱਚ। ਅੱਛਾ ਜੀ, ਮੇਰੇ ਵੱਲੋਂ ਤੁਹਾਨੂੰ ਪਾਰੋ ਭੈਣ ਜੀ ਨੂੰ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਜੀ ਸਾਡੇ ਵੱਲੋਂ ਵੀ ਜੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਇਹ ਸਾਡੀ ਜਿਹੜੀ ਸਾਡੇ ਵੱਡੇ ਵਡੇਰਿਆਂ ਦੀ ਸ਼ੁਰੂਆਤ ਜਿਹੜੀ ਸਾਡੇ ਮਨੁੱਖ ਦੀ ਹੋਈ ਆ, ਉਹ ਜਦੋਂ ਬਤੌਰ ਨੇ ਪੱਥਰਾਂ ਦੇ ਨਾਲ ਸ਼ੁਰੂਆਤ ਕੀਤੀ ਸੀ ਜਿਹੜੀ। ਹੈਲੋ ਜੀ ਬਿਲਕੁਲ ਸੁਣ ਰਿਹਾ ਤੁਹਾਨੂੰ, ਮੈਂ ਚੁੱਪ ਸੀ। ਅੱਛਾ ਠੀਕ ਹੈ ਜੀ। ਮੈਂ ਕਿਹਾ ਜੀ ਉਹ ਜਿਹੜਾ ਉਹ ਕਹਿੰਦੇ ਨਾ ਵੀ ਬਾਂਦਰ ਜਿਹੜਾ ਗੁਰਦਿੱਤਾ ਜੀ ਕਰ ਰਹੇ ਸੀਗੇ। ਹਾਂਜੀ ਬਾਂਦਰ ਤੇ ਪਰੀ ਆ। ਹਾਂਜੀ ਅਸਲ ਵਿੱਚ ਉਹ ਕਹਿ ਰਹੇ ਸੀ ਜੀ ਦੀ ਬੰਦੇ ਬਾਂਦਰਾਂ ਤੋਂ ਬਣੇ ਨੇ ਤੇ ਔਰਤਾਂ ਪਰੀਆਂ ਤੋਂ ਬਣੇ। ਤੁਸੀਂ ਝਿਜਕੰਡੇ ਹੀ ਮੈਂ ਦੱਸ ਦੇਣਾ ਕੀ ਕਹਿ ਰਹੇ। ਅਸੀਂ ਇਹ ਇੱਕ ਦੂਜੇ ਦੇ ਪੂਰਕ ਨੇ, ਇੱਕ ਦੂਜੇ ਤੋਂ ਅਧੂਰੇ ਨੇ। ਜਿੰਨਾ ਚਿਰ ਇੱਕ ਆਦਮੀ ਨਾਲ ਇੱਕ ਔਰਤ ਨਾਲ ਇੱਕ ਔਰਤ ਦਾ ਮੇਲ ਨਹੀਂ ਹੁੰਦਾ, ਹਾਂਜੀ, ਉਹਨਾਂ ਦੀ ਇੱਕ ਦੂਜੇ ਨਾਲ ਜਦੋਂ ਸਾਂਝ ਨਹੀਂ ਬਣਦੀ ਤੇ ਪਿਆਰ ਨਹੀਂ ਬਣਦਾ, ਜ਼ਿੰਦਗੀ ਨੂੰ ਸਮਝਿਆ ਨਹੀਂ ਜਾ ਸਕਦਾ। ਜ਼ਿੰਦਗੀ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਆ। ਅੱਛਾ ਜੀ।
ਹਾਂ ਤੇ ਇਹਦੇ ਵਿੱਚ ਮੈਂ ਜੇ ਹੁਕਮ ਹੋਵੇ ਤੇ ਇੱਕ ਥੋੜਾ ਜਿਹਾ ਤੁਹਾਨੂੰ ਜੇ ਦੱਸਾਂ ਵੀ ਔਰਤ ਚਾਹੁੰਦੀ ਕੀ ਆ। ਅਸੀਂ ਸਾਡੀ ਅਰਜ਼ ਹੈ ਜੀ, ਦੱਸੋ। ਮੈਂ ਨਾ ਵੀ ਬੋਲਾਂ, ਮੈਂ ਸੋਚਣਾ ਤੁਹਾਨੂੰ ਡਿਸਟਰਬ ਕਰ ਰਿਹਾ, ਤੁਸੀਂ ਬੋਲੀ ਜਾਓ। ਹਾਂ ਠੀਕ ਹੈ ਠੀਕ ਹੈ। ਉਹ ਇਦਾਂ ਬਾਜਵਾ ਸਾਹਿਬ ਵੀ ਇੱਕ ਵਾਰੀ ਕੀ ਹੋਇਆ ਕਿ ਕੋਈ ਸ਼ਾਇਦ ਸੀਗਾ ਕਿਤੇ ਆਪਾਂ ਵੇਖੀਆਂ ਸਰਕਾਰਾਂ ਜਿਹੜੀਆਂ ਹਾਕਮ ਨੇ ਦੇ ਪ੍ਰਤੀ ਜਿਹੜੇ ਬਿਲਕੁਲ ਹੀ ਲਾਪਰਵਾਹ ਹੁੰਦੇ, ਆਪਣੀਆਂ ਸ਼ਰਾਬ ਚ ਪਏ ਹੁੰਦੇ ਆ। ਹਾਂਜੀ। ਇੱਕ ਵਾਰੀ ਇੱਕ ਸ਼ਾਇਰ ਸੀਗਾ, ਚੜ੍ਹਦੀ ਉਮਰ ਦਾ ਸ਼ਾਇਰ, ਉਹਨੇ ਵੇਖਿਆ ਆਲੇ ਦੁਆਲੇ ਹਨੇਰ ਮੱਚਿਆ ਪਿਆ ਵਾ, ਰਾਜਾ ਜਿਹੜਾ ਵਾ ਉਹ ਮਤਲਬ ਐਸ਼ਰਾਬ ਦੇ ਲੋਕ ਮਰ ਰਹੇ ਆ। ਉਹਨੇ ਨਾ ਇੱਕ ਬੜੀ ਜ਼ਬਰਦਸਤ ਕਵਿਤਾ ਲਿਖੀ ਰਾਜੇ ਦੇ ਉਲਟ। ਅੱਛਾ। ਉਹਨੇ ਜਦੋਂ ਕਵਿਤਾ ਲਿਖੀ ਤੇ ਉਹ ਕਵਿਤਾ ਕੁਦਰਤੀ ਤੌਰ ਤੇ ਲੋਕਾਂ ਦੀ ਗੱਲ ਸੀ, ਲੋਕਾਂ ਦੀ ਆਵਾਜ਼ ਸੀ, ਉਹ ਬੜੀ ਮਸ਼ਹੂਰ ਹੋਈ ਸਾਰੇ ਰਾਜ ਦੇ ਵਿੱਚ, ਹਾਹਾਕਾਰ ਮਚ ਗਈ, ਵਿਦਰੋਹ ਹੁਣ ਤੱਕ ਚੱਲ ਗਿਆ। ਤੇ ਰਾਜੇ ਨੇ ਨਾ ਕੀਤਾ ਕਿ ਜੋ ਕਹਿੰਦਾ ਲਿਆਓ ਫੜ ਕੇ, ਉਹਨੂੰ ਬਾਦਸ਼ਾਹ ਸੀਗਾ, ਇੱਕ ਮਿੰਟ ਦੇ ਵਿੱਚ ਉਹਨੇ ਫੜ ਕੇ ਹਾਜ਼ਰ ਕਰਕੇ ਚੌਂਕ ਤੇ ਲੋਕ ਇਕੱਠੇ ਕਰ ਲਏ। ਕਹਿੰਦਾ ਵੀ ਇਹਨੂੰ ਫਾਂਸੀ ਦੀ ਸਜ਼ਾ ਦੇਣੀ ਹੈ ਜੀ ਸ਼ਾਇਰ ਨੂੰ, ਲੇਖਕ ਨੂੰ। ਅੱਛਾ। ਉਹ ਸੋਹਣਾ ਬੜਾ ਸੀਗਾ, ਜਵਾਨ ਸੀਗਾ ਜੀ, ਵਿਆਹ ਵੀ ਉਹਦਾ ਹੋਇਆ ਤੇ ਉਹਨੇ ਵੇਖਿਆ ਰਾਜੇ ਨੇ, ਉਹਨੂੰ ਪਤਾ ਤਾਂ ਹੈਗਾ ਸੀ ਰਾਜੇ ਨੂੰ ਕਿ ਇਹ ਗੱਲ ਤੇ ਠੀਕ ਹੈ, ਇਹਦੀ ਜਿਹੜੀ ਗੱਲ ਕਰ ਰਿਹਾ। ਤੇ ਉਹ ਨਾ ਉਹਨੇ ਵੇਖਿਆ ਵੀ ਇਹ ਬੰਦਾ ਬੜਾ ਸਿਆਣਾ ਵਾ, ਤੇ ਉਹਦੇ ਨਾ ਮਨ ਵਿੱਚ ਇੱਕ ਆਉਂਦਾ ਸੀਗਾ ਕਿ ਆਖਰ ਔਰਤ ਚਾਹੁੰਦੀ ਕਿ ਉਹ ਘਰ ਦੇ ਵਿੱਚ ਜਿੱਦਾਂ ਆਪਣੇ ਭੈਣ ਸਾਰੇ ਕਹਿੰਦੇ ਸੀਗਾ ਜਿਹਦੇ ਵਾਸਤੇ ਉਹ ਜਦੋਂ ਘਰੋਂ ਉਹਨੇ ਉਹਦੇ ਘਰ ਵਾਲੀ ਨੇ ਉਹਨੂੰ ਕਹਿਣਾ ਤੂੰ ਬੜਾ ਮੈਂ ਹੈਰਾਨ ਹੋਣਾ ਵੀ ਦੁਨੀਆ ਮੈਨੂੰ ਸਲਾਮ ਕਰਦੀ, ਜਹਾਨ ਬਣਾ ਸਲਾਮਤ ਹੁੰਦੀ ਹੈ, ਮੈਨੂੰ ਗਲਤੀ ਕਰ। ਆਖਰ ਚਾਹੁੰਦੀ ਕੀ ਹੈ, ਮੈਂ ਬਾਦਸ਼ਾਹ ਵਾਂ, ਉਹਨੂੰ ਕੀ ਚਾਹੀਦਾ। ਉਹਨੂੰ ਕਹਿੰਦਾ ਲੇਖਕ ਨੂੰ, ਸ਼ਾਇਰ ਨੂੰ ਕਹਿੰਦਾ ਵੀ ਅਸੀਂ ਏਦਾਂ ਗੱਲ ਕਰ, ਮੈਂ ਤੇਰੀ ਜਾਨ ਬਖਸ਼ ਦੇਵਾਂ ਤੇ ਬਖਸ਼ ਦੂੰਗਾ ਤੇ ਤੂੰ ਮੈਨੂੰ ਮੇਰੀ ਇੱਕ ਗੱਲ ਦਾ ਜਵਾਬ ਦੇਏਗਾ, ਸਵਾਲ ਦਾ ਜਵਾਬ। ਕਹਿੰਦਾ ਹਾਂਜੀ ਦੱਸੋ। ਕਹਿੰਦਾ ਤੂੰ ਮੈਨੂੰ ਇਹ ਦੱਸ ਕਿ ਔਰਤ ਚਾਹੁੰਦੀ ਕੀ ਆ ਆਖਰ। ਅੱਛਾ। ਕਿਹੜੀ ਗੱਲ ਨਾਲ ਖੁਸ਼ ਹੁੰਦੀ ਆ। ਉਹ ਕਹਿੰਦਾ ਵੀ ਮੈਂ ਇਹ ਗੱਲ ਦਾ ਜਵਾਬ ਹੁਣੇ ਹੀ ਜੇ ਤੁਸੀਂ ਕਹੋ ਤਾਂ ਨਹੀਂ ਮੈਂ ਦੇ ਸਕਦਾ, ਇਹਦੇ ਵਾਸਤੇ ਮੈਨੂੰ 1 ਸਾਲ ਦਾ ਸਮਾਂ ਚਾਹੀਦਾ। ਅੱਛਾ। ਉਹ ਕਹਿੰਦਾ ਚੱਲ ਕੋਈ ਗੱਲ ਨਹੀਂ, ਸਾਲ ਸਮਾਂ ਦੇ ਦੇਣਾ, ਪਰ ਇਹ ਤੇਰੀ ਸਜ਼ਾ ਬਰਕਰਾਰ ਹੋਊਗੀ ਜੇ ਤੂੰ ਤੇਰੇ ਸਵਾਲ ਤੋਂ ਸੈਟੀਸਫਾਈ ਹਾਂਜੀ ਮੌਤ ਦੀ ਸਜ਼ਾ ਤੇਰੀ ਫਿਰ ਪੂਰੇ ਸਾਲ ਬਾਅਦ ਹੋਏਗੀ। ਕਹਿੰਦਾ ਬਿਲਕੁਲ ਠੀਕ ਹੈ, ਮੈਨੂੰ ਮਨਜ਼ੂਰ ਆ। ਉਹ ਸਾਲ ਦਾ ਵਕਤ ਲੈ ਕੇ ਤੇ ਚੱਲ ਗਿਆ, ਛੱਡਤਾ ਉਹਨੂੰ ਸਮਾਜ ਦੇ ਸਰਪੰਚ ਜੀ ਨੂੰ ਪੁੱਛਣ ਲੱਗ ਪਿਆ, ਸਿਆਣੇ ਆਪਣੇ ਸਾਹਿਬਜ਼ਾਦ ਦੋਸਤਾਂ ਨੂੰ, ਵਿਦਵਾਨਾਂ ਨੂੰ। ਉਹ ਕਿਸੇ ਨੇ ਉਹ ਗੱਲ ਜਿੱਦਾਂ ਕਹਿੰਦੇ ਕੋਈ ਕਵੇ ਜੀ ਪੁੱਤਰ ਚਾਹੁੰਦੀ ਹੈ ਜੀ, ਕੋਈ ਫੈਸ਼ਨ ਚਾਹੁੰਦੀ ਹੈ ਜੀ, ਕੱਪੜਾ ਚਾਹੁੰਦੀ ਹੈ ਜੀ, ਉਹ ਉੱਪਰੀਆਂ ਜਿੰਨੀ ਕੀਤਾ। ਇੱਕ ਦਿਨ ਕੀ ਹੋਇਆ ਵੀ ਉਹ ਨਾ ਇੱਕ ਪਿੰਡ ਵਿੱਚ ਚਲ ਗਿਆ, ਜੰਗਲ ਦੇ ਕੰਢੇ ਦੇ ਇੱਕ ਪਿੰਡ ਸੀਗਾ, ਤੇ ਉਹਨੂੰ ਨਾ ਕਿਸੇ ਨੂੰ ਪੁੱਛਦਾ ਵੀ ਯਾਰ ਸਵਾਲ ਦਾ ਜਵਾਬ ਮੈਨੂੰ ਚਾਹੀਦਾ ਤੇ ਦਿੱਤਾ। ਕਹਿੰਦੇ ਵੀ ਉਹਨੂੰ ਕਹਿੰਦਾ ਵੀ ਆਹ ਨਾ ਜੰਗਲ ਦੇ ਵਿੱਚ ਇੱਕ ਪਰੀ ਰਹਿੰਦੀ ਆ। ਅੱਛਾ। ਤੇ ਉਹ ਤੇਰੀ ਗੱਲ ਦਾ ਜਵਾਬ ਦਊਗੀ, ਪਰ ਉਹ ਕਦੀ ਚੜੇਲ ਬਣ ਜਾਂਦੀ ਆ ਤੇ ਕਦੀ ਪਰੀ ਬਣ ਜਾਂਦੀ ਆ। ਉਹ ਸਿਆਣੀ ਬੜੀ, ਉਹ ਤੇਰੀ ਗੱਲ ਦਾ ਜਵਾਬ ਦੇ ਸਕਦੀ। ਅੱਛਾ। ਉਹ ਕਹਿੰਦਾ ਚੱਲ ਕੋਈ ਗੱਲ ਨਹੀਂ, ਚੱਲ ਗਿਆ ਜੰਗਲ ਦੇ ਚੱਲ ਗਿਆ ਤੇ ਉਹ ਵਾਕਈ ਵੇਖਿਆ ਉਹਨੇ ਤੇ ਉਹਦਾ ਮਿਲੀ ਪਰੀ, ਤੇ ਉਹਨੂੰ ਮਿਲ ਕੇ ਤੇ ਉਸ ਵੇਲੇ ਉਹਨੇ ਚੜੇਲ ਦਾ ਰੂਪ ਧਾਰਨ ਕੀਤਾ ਹੋਇਆ ਸੀ ਜਦੋਂ ਉਹਨੂੰ ਮਿਲੀ। ਉਹ ਕਹਿੰਦਾ ਵੀ ਮੈਂ ਕਹਿੰਦਾ ਵੀ ਮੈਂ ਇੱਕ ਸਵਾਲ ਦਾ ਜਵਾਬ ਤੁਹਾਡੇ ਪੁੱਛਣਾ, ਮੈਨੂੰ ਪਤਾ ਲੱਗਾ ਤੁਸੀਂ ਬੜੇ ਸਿਆਣੇ ਹੋ। ਕਹਿੰਦੀ ਸਵਾਲ ਦਾ ਜਵਾਬ ਤੈਨੂੰ ਮੈਂ ਦਵਾਂਗੀ, ਲੇਕਿਨ ਪਰੀ ਦਾ ਰੂਪ ਧਾਰਨ ਕਰਨਾ ਵਾਸਤੇ 12 ਘੰਟੇ ਮੈਂ ਚੜੇਲ ਦਾ ਰੂਪ। ਅੱਛਾ ਜੀ। ਅੱਛਾ। ਤੂੰ ਮੈਨੂੰ ਦੱਸ ਵੀ ਮੈਂ ਦਿਨੇ ਪਰੀ ਬਣਿਆ ਕਰਾਂ ਕਿ ਰਾਤ ਨੂੰ ਚੜੇਲ ਬਣਿਆ ਕਰਾਂ ਕਿ ਜਿਹੜੇ ਚੜੇਲ ਕੇ ਰਾਤ। ਹਾਂਜੀ। 12 ਘੰਟੇ ਤੂੰ ਮੈਨੂੰ ਇਹਦੇ ਚੋਇਸ ਦੱਸ। ਹਾਂਜੀ ਹਾਂਜੀ। ਉਹ ਸੋਚਣ ਲੱਗ ਪਿਆ ਵੀ ਦਿੱਤਾ ਹੀ ਆ ਤੇ ਮਤਲਬ ਦਿਨ ਵੇਲੇ ਨੂੰ ਚੜੇਲ ਤੇ ਬਾਹਰ ਅੰਦਰ ਜਾਣਾ ਬੁਰਾ ਲੱਗਾਂਗੇ, ਤੇ ਜੇ ਮਤਲਬ ਰਾਤ ਵਾਲੇ ਕਹਿੰਦਾ ਤੇ ਫਿਰ ਘਰ ਦੇ ਡਰ ਮਾਰ ਜਾਗੇ ਚੱਕਰ ਕੀ। ਉਹ ਨਾ ਸੋਚ ਕੇ ਨਾ ਉਹਨੂੰ ਕਹਿੰਦਾ ਵੀ ਚੰਗਾ ਸ਼ਾਇਦ ਤਾਂ ਵਾ ਤੇਰੀ ਮਰਜ਼ੀ, ਤੂੰ ਜਦੋਂ ਤੇਰਾ ਜੀ ਕਰੇ ਦਿਨ ਵੇਲੇ ਬਣ ਜਾ, ਰਾਤ ਵੇਲੇ ਪਰੀ ਬਣ ਜਾ, ਦਿਨ ਵੇਲੇ ਚੜੇਲ ਬਣ ਜਾ, ਇਹ ਤੇਰੀ ਮਰਜ਼ੀ। ਕਹਿੰਦੀ ਹੈ ਠੀਕ ਹੈ ਜੀ। ਉਹ ਕਹਿੰਦਾ ਤੇਰੀ ਮਰਜ਼ੀ। ਹਾਂਜੀ। ਕਹਿੰਦੀ ਵੀ ਹਾਂ ਜਿਹੜਾ ਤੂੰ ਮੈਨੂੰ ਗੱਲ ਕਹੀ ਹੈ ਨਾ ਤੇਰੀ ਪ੍ਰਸ਼ਨ ਦਾ ਜਵਾਬ ਆ। ਅੱਛਾ। ਕਹਿੰਦਾ ਉਹ ਕਹਿੰਦੀ ਵੀ ਔਰਤ ਮਰਜ਼ੀ ਚਾਹੁੰਦੀ ਹੈ। ਹਾਂ ਠੀਕ। ਔਰਤ ਬੜਾ ਆਪਣੇ ਘਰ
ਬਾਰੇ, ਸਮਾਜ ਬਾਰੇ, ਸਿੱਖੀ ਬਾਰੇ ਵੀ, ਲੇਕਿਨ ਉਹ ਚਾਹੁੰਦੀ ਆ ਵੀ ਉਹਦੇ ਮਨ ਮੁਤਾਬਕ, ਉਹਦੀ ਗੱਲ ਮੁਤਾਬਕ ਜਿਹੜੀ ਆ ਉਹ ਜਿਹੜੀ ਚੱਲੇ, ਉਹਦੇ ਮਨਪਸੰਦ ਹੀ ਸੂਟ ਹੋਵੇ, ਉਹਦੇ ਮਨਪਸੰਦ ਘਰ ਹੋਵੇ ਉਹਦਾ। ਠੀਕ। ਹਾਂਜੀ। ਇੱਥੇ ਇਹ ਮਤਲਬ ਜੇ ਥੋੜਾ ਜਿਹਾ ਛੱਡਦੀ ਹੈ ਨਾ ਔਰਤ ਤੇ ਵੀ ਠੀਕ ਹੈ, ਤੂੰ ਸਿਆਣੀ ਹੈ, ਜਿੱਦਾਂ ਤੈਨੂੰ ਚੰਗਾ ਲੱਗਦਾ ਕਰ ਲਾ। ਤੇ ਮੈਂ ਸਮਝਦਾ ਵੀ ਕਿਤੇ ਪ੍ਰੋਬਲਮ ਨਹੀਂ ਹੋਗੀ ਦੋਨਾਂ ਜੀਆਂ ਚ, ਆਦਮੀ ਔਰਤ ਚ, ਨਾ ਬੰਦਾ ਬਾਂਦਰ ਬਣਦਾ ਜੇ ਨਾ ਪੂਰਕ ਬਣ ਜਾਂਦੇ। ਮਿਹਰਬਾਨੀ ਖਹਿਰਾ ਸਾਹਿਬ, ਮਿਹਰਬਾਨੀ। ਤੇ ਜਿਹੜੀ ਮਤਲਬ ਨਾ, ਚਲੋ ਸੱਭਿਅਤਾ ਬਾਜਵਾ ਸਾਹਿਬ, ਤੁਸੀਂ ਜਿਹੜੀ ਸ਼ੁਰੂਆਤ ਦੀ ਗੱਲ ਕਰ ਰਹੇ ਸੀ ਨਾ, ਹਾਂਜੀ, ਮਨੁੱਖ ਅਜੇ ਵੀ ਬਾਂਦਰ ਹੀ ਹੈ, ਸ਼ੱਕ ਕੋਈ ਨਹੀਂ ਗਾ, ਸਹੀ ਹੈ ਗੱਲ, ਇੱਕ ਮੁਨਕਰ ਨਹੀਂ ਆਇਆ ਜਾ ਸਕਦਾ। ਲੇਕਿਨ ਉਹ ਜਿਹਨ ਜਿਹੜਾ ਸੀ ਨਾ ਉਹਦਾ, ਹਾਂਜੀ, ਜਿਹਨੀ ਤੌਰ ਦੇ ਉੱਤੇ ਉਹ ਵਾਕਿਆ ਹੀ ਅਜੇ ਕੋਈ ਆ, ਬਾਹਰੋਂ ਸਰੀਰਕ ਤੌਰ ਤੇ ਬੜੀਆਂ ਆਪਣੇ ਆਪ ਨੂੰ ਮਤਲਬ ਫੈਸ਼ਨ ਪ੍ਰਤੀ ਨੂੰ ਬੜਾ ਕੁਛ ਸਵਾਰ ਲਿਆ। ਜੀ। ਇੱਕ ਉਰਦੂ ਦਾ ਸ਼ਾਇਰ ਵੀ ਇਸ ਗੱਲ ਦੀ ਗੋਲੀ ਭਰਦਾ ਵਾ। ਅੱਛਾ ਜੀ। इस दौरे तरक्की के अंदाज नराले हैं, सड़कों जहनों में अंधेरे हैं, सड़कों पे उजाले हैं। इस युग ਦੇ ਵਿੱਚ, ਵਕਤ ਦੇ ਵਿੱਚ ਮਨੁੱਖ ਨੇ ਜਿਹੜਾ ਆਪਣੀ ਮਾਨਸਿਕਤਾ ਸੀਗਾ ਨਾ, ਉਹਨੂੰ ਨਹੀਂ ਡਿਵੈਲਪ ਕੀਤਾ, ਤੇ ਬਾਹਰਲੀ ਜਿਹੜੀ ਤਰੱਕੀ ਪੱਥਰ ਯੁੱਗ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਆਪਾਂ ਦੇਖਦੇ ਹਾਂ ਕੀਤੀ ਹੈ। ਥੈਂਕ ਯੂ। ਹਾਂਜੀ। ਖਹਿਰਾ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਥੈਂਕ ਯੂ ਵੈਰੀ ਮਚ। ਮੈਂ ਵੀ ਸੁਣਨਾ ਚਾਹੁੰਦਾ ਹੈਵ ਅ ਨਾਈਸ ਟਾਈਮ ਸਰ, ਮਿਹਰਬਾਨੀ ਤੁਹਾਡੀ, ਥੈਂਕ ਯੂ ਜੀ। ਲਓ ਜੀ ਦੋਸਤੋ, ਇਹ ਸਨ ਸਾਡੇ ਖਹਿਰਾ ਜੀ ਹੁਣੀ। ਪ੍ਰਵਾਦ ਰੇਡੀਓ ਦੇ ਵਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ? ਮੈਂ ਜੀ ਸਰਦੂਲ ਬਰਾੜ, ਸ੍ਰੀ ਮੁਕਤਸਰ ਸਾਹਿਬ ਤੋਂ ਬੋਲ ਰਿਹਾ ਜੀ। ਸਰਦੂਲ ਬਰਾੜ ਜੀ, ਬਹੁਤ ਬਹੁਤ ਧੰਨਵਾਦ ਐਂਡ ਵੈਲਕਮ ਪ੍ਰਵਾਦ ਰੇਡੀਓ ਦੇ ਵਿਹੜੇ ਦੇ। ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਬਾਜਵਾ ਸਾਹਿਬ, ਪਾਰੋ ਨੂੰ ਵੀ ਸਤਿ ਸ੍ਰੀ ਅਕਾਲ ਜੀ। ਪਾਰੋ ਨੂੰ ਵੀ, ਪਾਰੋ ਜੀ ਹੁਣੀ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਣ ਲੱਗੇ ਨੇ, ਮੇਰਾ ਖਿਆਲ ਹੈ। ਤੇ ਪਾਰੋ, ਸਤਿ ਸ਼੍ਰੀ ਅਕਾਲ ਸਰ, ਕੈਸੇ ਹੋ? ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਬਾਜਵਾ ਜੀ, ਅੱਜ ਤੁਸੀਂ ਜਿਹੜਾ ਵਿਸ਼ਾ ਚੁਣਿਆ ਨਾ, ਹਾਂਜੀ, ਇਹ ਕਮਾਲ ਦਾ ਵਿਸ਼ਾ ਜੀ। ਜੀ ਵਾਕਿਆ ਹੀ, ਕਿਉਂਕਿ ਸਾਡੀ ਉਤਪਤੀ ਕਿੱਥੋਂ ਹੋਈ, ਅਸੀਂ ਆਏ ਕਿੱਥੋਂ, ਸ਼ੁਰੂਆਤ ਕਿੱਦਾਂ ਹੋਈ, ਬਸ ਇਹ ਹੈ ਹੀ ਕਮਾਲ। ਹਾਂਜੀ। ਸੰਧੂ ਸਾਹਿਬ ਵੀ ਗੱਲਾਂ ਵਧੀਆ ਕਰਕੇ ਗਏ ਨੇ, ਤੇ ਖਹਿਰਾ ਸਾਹਿਬ ਵੀ ਬਹੁਤ ਵਧੀਆ ਕਹਾਣੀ ਆਪਾਂ ਨੂੰ ਇੱਕ ਦੱਸ ਕੇ ਗਏ ਨੇ। ਹਾਂਜੀ। ਤੇ ਮੈਂ ਥੋੜਾ ਜਿਹਾ ਉਸ ਤੋਂ ਅੱਗੇ ਜਾਣਾ ਚਾਹੁੰਦਾ ਜੀ, ਕਿਉਂਕਿ ਕਈ ਵਾਰੀ ਗੱਲ ਲੰਬੀ ਹੋ ਜਾਂਦੀ ਹੈ, ਤੇ ਫਿਰ ਹੋਰ ਸਾਥੀਆਂ ਨੇ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੁੰਦੀ ਹੈ, ਤੇ ਮੈਨੂੰ ਮਹਿਸੂਸ ਹੁੰਦਾ ਹੈ ਨਹੀਂ ਸ਼ਾਰਟਕਟ ਲਫ਼ਜ਼ਾਂ ਦੇ ਵਿੱਚ ਅਗਰ ਗੱਲਬਾਤ ਕੀਤੀ ਜਾਏ ਤੇ ਉਹ ਢੁਕਵੀਂ ਹੁੰਦੀ ਹੈ। ਥੈਂਕ ਯੂ। ਹਾਂਜੀ ਵੀ ਮੈਂ ਇੰਨੀ ਗੱਲ ਹੀ ਕਹੂੰਗਾ ਕਿ ਵਾਕਿਆ ਹੀ ਜਿਹੜਾ ਮਨੁੱਖ ਦਾ ਜਿਹੜਾ ਵਿਕਾਸ ਹੈਗਾ ਉਹ ਬਾਂਦਰ ਤੋਂ ਹੋਇਆ, ਤੇ ਪਰ ਹੁਣ ਏਦਾਂ ਲੱਗਦਾ ਹੈ ਵੀ ਕਿਤੇ ਇਹ ਵਿਕਾਸ ਵਾਪਸ ਮੁੜ ਰਿਹਾ ਸ਼ਾਇਦ। ਅੱਛਾ। ਕਿਉਂਕਿ ਹੁਣ ਵੇਖੋ ਉਹੀ ਟਪੂਸੀਆਂ ਫਿਰ ਸਾਡੇ ਵੱਜ ਰਹੀਆਂ ਸੱਭਿਆਚਾਰ। ਮੈਂ ਇਹੋ ਹੀ ਗੱਲ ਕੀਤੀ ਜੀ ਸੀ ਵੀ ਹੁਣ ਵੀ ਤਾਂ ਬਾਂਦਰਾਂ ਦੇ ਕੰਟਰੋਲ 'ਚ ਹੀ ਹੈ ਸਾਰਾ ਕੁਝ। ਅੱਛਾ ਜੀ, ਤੇ ਇੱਕ ਨਾਲ ਲੱਗਵੀਂ ਗੱਲ, ਥੋੜਾ ਜਿਹਾ ਤੁਹਾਡਾ ਮਨੋਰੰਜਨ, ਕਿਉਂਕਿ ਮੇਰੀ ਤਾਂ ਸੰਧੂ ਸਾਹਿਬ ਵੀ ਕਹਿ ਦਿੰਦੇ ਆ ਤੇ ਤੁਹਾਡੀ ਵੀ ਮੇਰੇ ਕੋਲੇ ਕੰਸੈਂਟ ਪਹੁੰਚਦੀ ਰਹਿੰਦੀ ਹੈ ਵੀ ਸਾਡਾ ਮਨੋਰੰਜਨ ਕੀਤਾ ਜਾਵੇ, ਤੇ ਗੱਲਾਂ ਤਾਂ ਸੱਜਣ ਕਾਫੀ ਕਰਦੇ ਨੇ। ਮੈਂ ਗੱਲ ਕਰਨ ਲੱਗਿਆ ਜਿਵੇਂ ਤੁਸੀਂ ਪਾਰੋ ਦੇ ਵਿਆਹ ਦੀ ਗੱਲ ਕਰਦੇ ਹੋ ਨਾ। ਅੱਛਾ, ਇਹ ਵੀ ਥੋੜੀ, ਹਾਂਜੀ ਥੋੜੀ ਜੀ ਤੁਹਾਡੇ ਲਈ ਹਾਸੇ ਵਾਲੀ, ਇਹ ਰੋਜ਼ ਦਾ ਟੌਪਿਕ ਹੈ ਜੀ, ਪਾਰੋ ਦਾ ਵਿਆਹ ਰੋਜ਼ ਦਾ। ਇਹ ਆਪਾਂ ਵਿਆਹ ਕਰਾ ਕੇ ਛੱਡਣਾ ਜੀ। ਬਿਲਕੁਲ। ਤੇ ਪਾਰੋ ਜੀ, ਥੋੜਾ ਜਿਹਾ ਤੁਸੀਂ ਇਹ ਜਿਹੜੀ ਮੈਂ ਚੀਜ਼ ਤੁਹਾਨੂੰ ਸੁਣਾਉਣ ਲੱਗਿਆ, ਇਹ ਤੁਸੀਂ ਧਿਆਨ ਨਾਲ ਸੁਣਿਓ, ਤੁਹਾਡੇ ਕੰਮ ਦੀਆਂ ਗੱਲਾਂ ਨੇ ਇਹਦੇ ਵਿੱਚ। ਅੱਛਾ ਜੀ, ਉਹ ਮੈਂ ਸੁਣ ਕੇ ਉਸਕੇ ਬਾਅਦ ਬਤਾਉਂਗੀ काम किए कि नहीं। ਹਾਂਜੀ, ਐਕਚੁਅਲੀ ਬਾਜਵਾ ਜੀ ਹੁੰਦਾ ਇਸ ਤਰ੍ਹਾਂ ਹੈ ਵੀ ਕਿਸੇ ਪਿੰਡ ਵਿੱਚ ਨਾ ਕੋਈ 5, 7, 10 ਕੁੜੀਆਂ ਇਕੱਠੀਆਂ ਵਿਚਾਰੀਆਂ ਉਹ ਖੇਡਦੀਆਂ ਰਹੀਆਂ, ਪੜ੍ਹਦੀਆਂ ਰਹੀਆਂ। ਠੀਕ ਹੈ ਜੀ। ਤੇ ਜਦੋਂ ਲੜਕੀ ਦੀ ਸ਼ਾਦੀ ਹੋ ਜਾਂਦੀ ਹੈ ਤਾਂ ਉਹ ਵੱਖੋ ਵੱਖਰੇ ਇਲਾਕਿਆਂ ਵਿੱਚ ਚਲੀਆਂ ਜਾਂਦੀਆਂ, ਵਿਛੜ ਜਾਂਦੀਆਂ ਵਿਚਾਰੀਆਂ ਉਹ। ਤੇ ਕਈ ਸਾਲਾਂ ਬਾਅਦ, ਕਿਤੇ 10-12 ਸਾਲਾਂ ਬਾਅਦ ਉੱਤੀਆਂ ਤੇ ਕਿਤੇ ਸਬੱਬੀ ਇਕੱਠੀਆਂ ਹੋਈਆਂ। ਤੇ ਔਰਤ ਦੇ ਮਨ ਵਿੱਚ ਇੱਕ ਵੱਡੀ ਗੱਲ ਹੁੰਦੀ ਹੈ ਵੀ ਜਿਹੜੀ ਮੇਰੀ ਸਹੇਲੀ ਹੈ ਨਾ, ਵੀ ਉਹਦੇ ਘਰ ਵਾਲਾ ਕੀ ਕੰਮ ਕਰਦਾ ਹੈ, ਕਿਹੋ ਜਿਹਾ ਸੁਭਾਅ ਹੈ। ਤੇ ਉਹ ਇੱਕ ਦੂਜੇ ਤੋਂ ਪੁੱਛਦੀਆਂ
ਜੀ ਤਾਂ ਹੁਣ ਉਹ ਜਿਹਦੇ ਘਰ ਵਾਲਾ ਹੁੰਦਾ ਉਹਦੇ ਜ਼ਿਆਦਾ ਨੇੜੇ ਰਹਿੰਦੀ ਹੈ, ਜ਼ਿਆਦਾ ਸਮਾਂ ਉਹਦੇ ਨਾਲ ਗੁਜ਼ਾਰਦੀ ਹੈ, ਹਾਂਜੀ ਤੇ ਉਹਨੂੰ ਵਿਆਹ ਵੇਲੇ ਤਾਂ ਗੁਣ ਚੰਗੇ ਲੱਗਣ ਲੱਗ ਜਾਂਦੇ ਹੁੰਦੇ ਤੇ ਮਗਰੋਂ ਕੋਈ ਮਾੜਾ ਮੋਟਾ ਨਿੱਕਾ ਮੋਟਾ ਨੁਕਸ ਵੀ ਵੱਡਾ ਲੱਗਣ ਲੱਗ ਜਾਂਦਾ। ਹਾਂਜੀ ਹਾਂਜੀ ਤਾਂ ਉਹ ਫਿਰ ਇੱਕ ਦੂਜੀ ਤੋਂ ਪੁੱਛਦੀਆਂ ਵੀ ਤੇਰੇ ਘਰ ਵਾਲਾ ਕੀ ਕੰਮਕਾਰ ਕਰਦਾ, ਕਿਹੋ ਜਿਹਾ, ਤੇ ਉਹ ਅੱਗੋਂ ਉਹਨੂੰ ਨੁਕਸ ਕੱਢ ਕੇ ਜਵਾਬ ਦਿੰਦੀ ਹੈ। ਤੇ ਉਹ ਮੈਂ ਇਹਦੇ ਤੇ ਲਿਖਿਆ ਹੈਗਾ ਜੀ 5-7 ਸਟੈਂਜੇ ਆ, ਤੇ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰੂੰਗਾ। ਤਾਂ ਉਹ ਪਹਿਲੀ ਬੋਲਦੀ ਹੈ, ਮੇਰਾ ਤਾਂ ਮਾਹੀ ਨੀ ਪੁੱਤ ਸਣਿਆਰ ਦਾ, ਲੱਗਿਆ ਫਿਕਰ ਉਹਨੂੰ ਮੇਰੇ ਨੀ ਭਾਰ ਦਾ, ਲੱਗਿਆ ਫਿਕਰ ਉਹਨੂੰ ਮੇਰੇ ਨੀ ਭਾਰ ਦਾ, ਇਹੋ ਹੀ ਗੱਲ ਉਹਦੀ ਮਾੜੀ ਨੀ ਥੋੜੀ ਸੌ ਤਕੜੀ ਚ ਤੋਲੇ ਵਾਰੀ ਵਾਰੀ, ਨੀ ਥੋੜੀ ਸੌ ਤਕੜੀ ਚ ਤੋਲੇ ਵਾਰੀ ਵਾਰੀ। ਦੂਜੀ ਬੋਲਦੀ ਹੈ ਜੀ, ਮੇਰਾ ਤਾਂ ਮਾਹੀ ਨੀ ਰੇਡਰ ਕਬੱਡੀ ਦਾ, ਮੇਰਾ ਤਾਂ ਮਾਹੀ ਨੀ ਰੇਡਰ ਕਬੱਡੀ ਦਾ, 25-30 ਰੋਟੀਆਂ ਖਾ ਜਾਂਦਾ ਜੈ ਵੱਡੀ ਦਾ, 25-30 ਰੋਟੀਆਂ ਖਾ ਜਾਂਦਾ ਜੈ ਵੱਡੀ ਦਾ, ਜਦੋਂ ਮੇਰੇ ਨਾਲ ਆਉਂਦਾ ਪੇਕੇ ਨੀ ਥੋੜੀ ਸੌ ਡੰਡ ਬੈਠਕਾਂ ਚ ਮੱਥਾ ਟੇਕੇ, ਨੀ ਥੋੜੀ ਸੌ ਡੰਡ ਬੈਠਕਾਂ ਚ ਮੱਥਾ ਟੇਕੇ। ਇੰਟਰਸਟਿੰਗ। ਅੱਛਾ ਜੀ, ਅਗਲੀ ਬੋਲਦੀ ਹੈ ਉਸ ਤੋਂ ਅਗਲੀ, ਮੇਰਾ ਤਾਂ ਮਾਹੀ ਨੀ ਨੇਤਾ ਹੈ ਚੋਟੀ ਦਾ, ਮੇਰਾ ਤਾਂ ਮਾਹੀ ਨੀ ਨੇਤਾ ਹੈ ਚੋਟੀ ਦਾ, ਲਾਰੇ ਤਾਂ ਲਾਉਣੋਂ ਉਹ ਰੋਕਿਆ ਨੀ ਰੋਕੀ ਦਾ, ਲਾਰੇ ਤਾਂ ਲਾਉਣੋਂ ਉਹ ਰੋਕਿਆ ਨੀ ਰੋਕੀ ਦਾ, ਵੱਡੇ ਵੱਡੇ ਕਰੀ ਜਾਂਦਾ ਵਾਦੇ, ਕਹਿੰਦਾ ਭੈਣ ਜੀ ਐਤਕੀ ਤਾਂ ਵੋਟ ਸਾਨੂੰ ਪਾ ਦੇ, ਕਹਿੰਦਾ ਭੈਣ ਜੀ ਐਤਕੀ ਤਾਂ ਵੋਟ ਸਾਨੂੰ ਪਾ ਦੇ। ਅਗਲੀ ਬੋਲਦੀ ਹੈ ਜੀ, ਮੇਰਾ ਤਾਂ ਮਾਹੀ ਨੀ ਪਟਵਾਰੀ ਲੱਗਿਆ, ਮੇਰਾ ਤਾਂ ਮਾਹੀ ਨੀ ਪਟਵਾਰੀ ਲੱਗਿਆ, ਕਿਹੜਾ ਨੀ ਜੱਟ ਜਿਹੜਾ ਉਹਨੇ ਨਾ ਠੱਗਿਆ, ਕਿਹੜਾ ਨੀ ਜੱਟ ਜਿਹੜਾ ਉਹਨੇ ਨਾ ਠੱਗਿਆ, ਕਰਦਾ ਨਾ ਗੱਲ ਜਾਵਾਂ ਸੰਗੇ, ਨੀ ਥੋੜੀ ਸੌ ਮੈਥੋਂ ਵੀ ਪਾਣੀ ਦੇ ਪੈਸੇ ਮੰਗੇ, ਨੀ ਥੋੜੀ ਸੌ ਮੈਥੋਂ ਵੀ ਪਾਣੀ ਦੇ ਪੈਸੇ ਮੰਗੇ। ਅਗਲੀ ਬੋਲਦੀ ਹੈ ਬਾਜਵਾ ਜੀ, ਮੇਰਾ ਤਾਂ ਮਾਹੀ ਨੀ ਬਿਜਲੀ ਨੀ ਬੋਰਡ, ਮੇਰਾ ਤਾਂ ਮਾਹੀ ਨੀ ਬਿਜਲੀ ਨੀ ਬੋੜਦਾ, ਕਿਸੇ ਦੀ ਲਾਉਂਦਾ ਕੁੰਡੀ ਕਿਸੇ ਦੀ ਜੋੜਦਾ, ਕਿਸੇ ਦੀ ਲਾਉਂਦਾ ਕੁੰਡੀ ਕਿਸੇ ਦੀ ਜੋੜਦਾ, ਬਹੁਤ ਉਹ ਖਾਂਦਾ ਏ ਭਲੇਖੇ, ਨੀ ਥੋੜੀ ਸੌ 6 ਵਾਰੀ ਮੀਟਰ ਨੂੰ ਵੇਖੇ, ਥੋੜੀ ਸੌ 6 ਵਾਰੀ ਮੀਟਰ ਨੂੰ ਵੇਖੇ। ਅੱਛਾ ਜੀ, ਉਸ ਤੋਂ ਬਾਅਦ ਬਾਜਵਾ ਜੀ ਮੇਰੇ ਘਰ ਵਾਲੀ ਦੀ ਗੱਲ ਆ ਜਾਂਦੀ ਹੈ। ਅੱਛਾ ਜੀ, ਉਹ ਕੀ ਕਹਿੰਦੀ ਹੈ ਜੀ, ਹਾਂਜੀ, ਮੇਰਾ ਤਾਂ ਮਾਹੀ ਨੀ ਟੀਚਰ ਸਕੂਲ ਦਾ, ਮੇਰਾ ਤਾਂ ਮਾਹੀ ਨੀ ਟੀਚਰ ਸਕੂਲ ਦਾ, ਆਇਆ ਨਾ ਭੇਤ ਮੈਨੂੰ ਭੋਰਾ ਸਰਦੂਲ ਦਾ, ਆਇਆ ਨਾ ਭੇਤ ਮੈਨੂੰ ਭੋਰਾ ਸਰਦੂਲ ਦਾ, ਬਣ ਬਣ ਬੈਂਦਾ ਐ ਲਖਾਰੀ, ਨੀ ਥੋੜੀ ਸੌ ਗੀਤ ਸੁਣਾ ਮੈਂ ਰਾਤ ਸਾਰੀ, ਨੀ ਥੋੜੀ ਸੌ ਉਹਦੇ ਗੀਤਾਂ ਨੇ ਮੱਤ ਮਾਰੀ।
वाह 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 वाह, बहुत सोना जी। मतलब ये आप मुझे डरा रहे थे कि प्रिपेयर कर रहे हैं शादी के लिए? नहीं पारो जी, आपको नसीहत दे रहा था ਵੀ ਜੋ ਵੇਖੋ ਐਸੀ ਗੱਲ ਏਦਾਂ ਹੈਗੀ ਆ ਕਿ ਜਿਹੜਾ ਘਰ ਵਾਲਾ ਹੁੰਦਾ ਨਾ ਉਹਦੇ ਚ ਹਰ ਕੋਈ ਵੀ ਇਨਸਾਨ ਆ, ਉਹਦੇ ਵਿੱਚ ਚੰਗੇ ਗੁਣ ਵੀ ਹੁੰਦੇ ਆ, ਕੋਈ ਉਹਦੇ ਵਿੱਚ ਘਾਟ ਵੀ ਹੁੰਦੀ ਆ ਜੀ ਜੀ, ਤੇ ਸਾਨੂੰ ਉਹਦੀ ਪੋਜ਼ਿਟਿਵ ਸਾਈਡ ਹੀ ਦੇਖਣੀ ਚਾਹੀਦੀ ਆ। ਜਿਹੜੀ ਕੋਈ ਉਹਦੇ ਚ ਨੈਗੇਟਿਵ ਗੱਲ ਆ ਉਹਨੂੰ ਸਾਨੂੰ ਇਗਨੋਰ ਕਰ ਦੇਣਾ ਚਾਹੀਦਾ, ਅੱਖੋਂ ਪਰੋਖੇ ਕਰ ਦੇਣਾ ਚਾਹੀਦਾ। ਤੇ ਫੇਰ ਹੀ ਜਿਹੜੀ ਜ਼ਿੰਦਗੀ ਹੈ ਨਾ, ਇਹ ਗ੍ਰਹਿਸਥੀ ਜੀਵਨ ਹੈ ਜਿਹੜਾ, ਇਹ ਜ਼ਿੰਦਗੀ ਦੀ ਗੱਡੀ ਫੇਰ ਹੀ ਇਹ ਬੈਲੈਂਸ ਹੋ ਕੇ ਚੱਲਦੀ ਹੈ। ਬੰਦਿਆਂ ਦੇ ਇਗਨੋਰ ਕਰਨਾ ਚਾਹੀਦਾ ਹੈ? ਨਹੀਂ ਆਦਮੀ ਨੂੰ ਵੀ, ਮੈਂ ਤਾਂ ਦੋਨੇ ਸਾਈਡ ਤੇ ਕਹਿਣਾ, ਮੈਂ ਜੀਵਨ ਸਾਥੀ ਦੀ ਗੱਲ ਕਰ ਰਿਹਾ। ਹਾਂਜੀ, ਵੀ ਜੇ ਉਧਰ ਕੋਈ ਨੈਗੇਟਿਵ ਆ ਤਾਂ ਉਹਨੂੰ ਅਸੀਂ ਪੋਜ਼ਿਟਿਵ ਚ ਬਦਲ। ਸਰਦੂਲ ਸਿੰਘ ਜੀ, ਤੁਸੀਂ ਨਾ ਹਾਂਜੀ ਕਵਿਤਾਵਾਂ ਦੀ ਗੱਲ ਕੀਤੀ ਹੈ ਤੇ ਮੈਨੂੰ ਇੱਕ ਲਤੀਫਾ ਯਾਦ ਆਇਆ। ਹਾਂਜੀ ਸੁਣਾਓ ਜਰੂਰ ਜੀ ਜਰੂਰ। ਤੁਹਾਡੇ ਵਰਗੇ ਨਾ ਲਿਖਾਰੀ ਦਾ ਕਿਸੇ ਆਮ ਸਿੱਧੀ ਸਾਦੀ ਫੈਮਿਲੀ ਚ ਸ਼ਾਦੀ ਹੋ ਗਈ। ਵਾਹ ਜੀ ਵਾਹ। ਅੱਛਾ, ਤੇ ਉਹ ਨਾ ਉਹਦੀ ਜਿਹੜੀ ਵਾਈਫ ਸੀ ਉਹ 7 ਦਿਨ ਪਹਿਲੇ ਰਹਿ ਕੇ ਗਈ। ਅੱਛਾ, ਉਹਦੀ ਮਾਂ ਉਹਨੂੰ ਕਹਿੰਦੀ ਹੈ ਜਦੋਂ ਗਈ, ਪੁੱਤਰ ਤੈਨੂੰ ਪਸੰਦ ਨੇ ਨਾ ਸਹੁਰੇ? ਹਾਂਜੀ ਆਹੋ ਮਾਤਾ ਜੀ ਠੀਕ ਆ ਸਾਰਾ ਕੁਝ। ਹਾਂ ਮੇਰਾ ਜਿਹੜਾ ਘਰ ਵਾਲਾ ਹੈ ਨਾ ਉਹ ਨਾ ਕਵਿਤਾਵਾਂ ਲਿਖਦਾ ਹੈ। ਤੇ ਮਾਂ ਕਹਿੰਦੀ ਹੈ ਕੋਈ ਨਹੀਂ ਮੇਰੀ ਧੀ, ਬੰਦਿਆਂ 'ਚ ਕੋਈ ਨਾ ਕੋਈ ਨੁਕਸ ਹੁੰਦਾ ਹੀ ਹੈ। ਇਹ ਦੁਨੀਆ ਦੇ ਉੱਤੇ ਕੋਈ ਬੰਦਾ ਨਹੀਂ ਜਿਹਦੇ ਉੱਤੇ ਨਹੀਂ ਨੁਕਸ, ਆਪੇ ਹਟ ਜਾਏਗਾ। ਹਟ ਜਾਂਦਾ। ਤੁਸੀਂ ਪਟਵਾਰੀ ਦਾ ਜ਼ਿਕਰ ਕੀਤਾ ਸੀ ਨਾ? ਹਾਂਜੀ ਇੱਕ ਵਾਰੀ ਜੀ ਪਟਵਾਰੀ ਪਿੰਡ 'ਚ ਤੁਰਿਆ ਆਉਂਦਿਆ ਸੀ ਤੇ ਉਹਨੂੰ ਕੁੱਤਾ ਪੈ ਗਿਆ। ਕੁੱਤੇ ਨੇ ਪਟਵਾਰੀ ਢਾਹ ਲਿਆ ਤੇ ਉਹਦੀ ਲੱਤ 'ਚੋਂ ਨਾ ਇੱਕ ਰੁੱਗ ਕੱਢ ਕੇ ਤੇ ਕੁੱਤਾ ਲੈ ਗਿਆ। ਤੇ ਪਟਵਾਰੀ ਨੂੰ ਚੜ ਗਿਆ ਗੁੱਸਾ ਤੇ ਕਰ ਤੇ ਉਹ ਕੁਛ ਸਕਦਾ ਨਹੀਂ ਤੇ ਉੱਠ ਕੇ ਕਹਿੰਦਾ, ਓਏ ਤੇਰੀ ਕਿਤੇ ਅੱਧਾ ਕਿੱਲਾ ਵੀ ਜ਼ਮੀਨ ਹੋਏ ਮੈਂ ਤੈਨੂੰ ਨਾਨੀ ਯਾਦ ਕਰਵਾ ਦੇ। ਬਹੁਤ ਕੁਝ ਹੱਥ 'ਚ ਰਹਿੰਦਾ ਜੀ ਪਟਵਾਰੀ ਦੇ ਜੱਟਾਂ ਦਾ ਤਾਂ ਮਤਲਬ ਦਿਲ ਯਾਨੀ ਉਹਨਾਂ ਦੇ ਹੱਥ ਵਿੱਚ ਹੀ ਹੁੰਦੀ, ਜਾਨ ਹੀ ਹੱਥ 'ਚ ਹੁੰਦੀ ਮੁੱਠੀ 'ਚ। ਬਿਲਕੁਲ। ਸਰਦਾਰ ਸਰਦੂਲ ਸਿੰਘ ਜੀ ਬਹੁਤ ਮਿਹਰਬਾਨੀ, ਤੁਸੀਂ ਹਮੇਸ਼ਾ ਰੌਣਕਾਂ ਲਾਉਂਦੇ ਹੋ। ਸ਼ੁਕਰੀਆ ਜੀ, ਬਹੁਤ ਤੁਹਾਡਾ ਵੀ ਧੰਨਵਾਦ। ਥੈਂਕ ਯੂ। ਤੁਹਾਡੀ ਫਰਾਈਡੇ ਵੀ ਅਸੀਂ ਇੰਤਜ਼ਾਰ ਕਰਾਂਗੇ। ਓਕੇ ਮਿਹਰਬਾਨੀ। ਥੈਂਕ ਯੂ। ਮਾਧਵੀ ਜੀ, ਤੁਸੀਂ 4 5 6 ਵਾਰੀ ਟੈਲੀਫੋਨ ਕੀਤਾ ਤੇ ਟੈਲੀਫੋਨ ਦੀ ਲਾਈਨ ਬਿਜੀ ਹੁੰਦੀ ਹੈ, ਹੁਣ ਫ੍ਰੀ ਹੈ, ਪਲੀਜ਼ ਟੈਲੀਫੋਨ ਕਰੋ ਜੇ ਤੁਸੀਂ ਸਾਨੂੰ ਸੁਣ ਰਹੇ ਹੋ। ਤੇ ਅਸੀਂ ਸੱਜਣੋਂ ਗੱਲ ਕਰ ਰਹੇ ਸਾਂ ਨਾ ਸਟੋਨ ਏਜ ਦੀ। ਭਾਈ ਪੱਥਰਾਂ ਦੇ ਦੁਆਲੇ ਘੁੰਮਦਿਆਂ ਖੇਡਦਿਆਂ ਬੰਦੇ ਨੇ ਹੌਲੀ ਨਾ ਮਿਲੀਅਨ ਸਾਲਾਂ ਵਿੱਚ ਤਰੱਕੀ ਕਿੱਦਾਂ ਕੀਤੀ। ਸਟੋਨ ਏਜ ਜਿਹੜੀ ਉਹਦੀ ਪ੍ਰੀਲਿਮਿਨਰੀ ਸਟੋਨ ਏਜ ਸੀ ਨਾ, ਉਹਨੂੰ ਜਿਸ ਤਰ੍ਹਾਂ ਹੀ 3 ਭਾਗਾਂ 'ਚ ਵੰਡ ਦਿੱਤਾ ਤੇ ਜਿਹੜੀ ਉਹਦੀ ਮਤਲਬ ਕਿ ਪਹਿਲੀ ਦਾ ਐਂਡ ਸੀ ਤੇ ਦੂਜੀ ਦੀ ਸ਼ੁਰੂਆਤ ਸੀ ਨਾ, ਇਹ ਕਦੋਂ ਸ਼ੁਰੂ ਤੇ ਕਿੰਨੀ ਦੇਰ ਰਹੀ ਇਹਦੇ ਬਾਰੇ ਕੋਈ ਚੰਗੀ ਤਰ੍ਹਾਂ ਸਮਾਂ ਨਹੀਂ ਦੱਸਿਆ ਜਾ ਸਕਦਾ। ਮਿਲੀਅਨ ਸਾਲਾਂ 'ਚ ਸਾਰਾ ਕੁਝ ਹੋਇਆ। ਪਾਰੋ ਜੀ ਵੱਖ-ਵੱਖ ਵਿਦਵਾਨਾਂ ਦਾ ਵੱਖ-ਵੱਖ ਉਹਨਾਂ ਨੇ ਸਮਾਂ ਦੱਸਿਆ, ਪਰ ਇਹ ਐਡੀ ਇੰਪੋਰਟੈਂਸ ਦੋਸਤੋ ਰੱਖਦਾ ਵੀ ਨਹੀਂ ਕਿ ਉਹਨੂੰ 3 ਮਿਲੀਅਨ ਸਾਲ ਲੱਗੇ ਸੀ ਜਾਂ 2 ਲੱਗੇ ਸਨ। ਅਸੀਂ ਲਗਭਗ ਸਾਰੇ ਦੇ ਸਾਰੇ ਸਟੋਨ ਏਜ ਦੀ ਗੱਲ ਕਰਾਂਗੇ। ਸਟੋਨ ਏਜ ਇੱਕ ਵਿੱਚ ਮਨੁੱਖ ਜੋ ਹਥਿਆਰ ਵੱਡੇ ਬਣਾਉਂਦਾ ਹੁੰਦਾ ਸੀ ਨਾ ਪੱਥਰਾਂ ਦੇ, ਤੇ ਸਟੋਨ ਏਜ 2 ਦੇ ਐਂਡ 'ਚ ਉਹ ਛੋਟੇ ਤੇ ਤੇਜ਼ ਬਣਾਉਣੇ ਉਹਨੇ ਸ਼ੁਰੂ ਕਰ ਲਏ। ਵੇਖੋ ਜੀ, ਪਹਿਲਾਂ ਤੇ ਉਹਨੇ ਪੱਥਰਾਂ ਨੂੰ ਢੀਮ ਵਾਂਗੂ ਮਾਰਨਾ, ਵੱਡੇ ਜਾਨਵਰਾਂ ਦਾ ਉਹ ਨਹੀਂ ਸੀ ਸ਼ਿਕਾਰ ਕਰ ਸਕਦਾ ਹੁੰਦਾ। ਫਿਰ ਉਹਨੇ ਪੱਥਰ ਤੋੜ ਕੇ ਨੁਕੀਲੇ, ਜਿਸ ਤਰ੍ਹਾਂ ਨਾ ਮੀਟ ਕੱਟਣ ਵਾਲੇ, ਪਰ ਅਜੇ ਉਹ ਮੀਟ ਦਾ ਆਦੀ ਨਹੀਂ ਸੀ ਹੋਇਆ। ਕਦੀ ਮੀਟ ਉਹਦੇ ਨਾ ਵੱਡੇ ਜਾਨਵਰ ਉਹਦੇ ਕਾਬੂ ਨਹੀਂ ਸੀ ਆਉਂਦੇ ਹੁੰਦੇ। ਆ ਛੋਟੇ ਜਾਨਵਰਾਂ ਦਾ ਉਹਨੇ ਮੀਟ ਖਾਣਾ ਸ਼ੁਰੂ ਕੀਤਾ ਤੇ ਉਹਨੂੰ ਕੱਟਣ ਵਾਸਤੇ ਨੁਕੀਲੇ ਹਥਿਆਰ ਦਾ ਮਤਲਬ ਪੱਥਰ ਹੀ ਰਗੜ ਕੇ ਇਹ ਤੀਸਰੀ ਸਟੇਜ ਵਿੱਚ ਆ ਕੇ ਉਹਦੇ ਜਿਹੜੇ ਹਥਿਆਰ ਸਨ ਹੋਰ ਵੀ ਛੋਟੇ ਹੋ ਗਏ, ਹੋਰ ਵੀ ਨੁਕੀਲੇ ਹੋ ਗਏ। ਹਾਂਜੀ। ਤੇ ਜਦੋਂ ਮਤਲਬ ਕਿ ਹੈਗਾ ਸੀ ਨਾ ਇਸ ਏਜ ਦੀ ਦੂਸਰੀ ਪੋਜੀਸ਼ਨ ਸੀ, ਮਿਡਲ ਸੀ, ਉਦੋਂ ਦੋਸਤੋ ਹੇਮ ਯੁੱਗ ਹੁੰਦਾ ਸੀ, ਬਰਫ ਪਾਰੋ ਜੀ ਪਈ ਹੁੰਦੀ ਸੀ। ਹਾਂਜੀ। ਇਹ ਤੀਸਰੇ ਯੁੱਗ ਵਿੱਚ
आण के जदों धुप लगनी शुरू होई नवे नवे फुल बूटे जंगल जानवर बड़ी तरह दी स्पीसीज उदों पैदा हुईयां। पारो जी तुसी की कहना चाहोगे? मैं बाजवा जी यही कहूंगी कि ये जो पाषाण युग है, जैसे कि मैंने पहले भी बताया था कि ये स्टोन का युग माना जाता है, जब स्टोन के टूल्स जो है वो बनाकर यूज किए जाते थे ज्यादा से ज्यादा। पत्थरों का युग कहा जाता है। बिल्कुल जी, बिल्कुल। पत्थरों के औजार जी। हाँ। और मनुष्य की जो इंसान की सभ्यता का जो स्टार्टिंग पॉइंट है, प्रारंभिक जिसे काल कहते हैं, इस युग को माना गया है, जो ये पाषाण युग हम बात कर रहे हैं। तो बाजवा जी अभी आप बता रहे थे कि 3 इसे काल में 3 हिस्सों च डिवाइड किया गया है। पहला जो है, जैसे मैं हिंदी में बोलूंगी, पुरा पाषाण काल। ये जो पुरा पाषाण काल दूसरों प्रिलिमिनरी स्टोन एज, देखिए ये यूनानी शब्द से लिया गया है। पुरा पाषाण जिसे हम कहते हैं, यूनानी शब्द जो है भाषा, वहां से ये शब्द लिए गए हैं। पुरा का मतलब हो गया प्राचीन, और पाषाण जैसे कि बताया आपको पत्थर। जो हमें पत्थर के जितने भी अवशेष, मतलब जो भी हमें पत्थरों का जैसे कहते हैं एंशिएंट हमें मिले हैं कितने साल पुराने, वो इसी जो है पूरा पाषाण काल से ही हमें जो है प्राप्त हुए हैं। और जहां से पता लगाया गया कि ये जो एज थी वो स्टोन एज थी, और ज्यादा से ज्यादा स्टोन यूज करते थे तब के जमाने में। और जैसे बाजवा जी आपने बताया कि पहले बहुत, जब पूरा पाषाण काल की बात करें, बहुत ही ठंडी जलवायु थी जी, हिमयोग सी, बिल्कुल एटमॉस्फेयर बहुत ही ठंडा था, बहुत ही ठंडा जी। और ज्यादा जो जानवर है और जो इंसान है ना, उनमें ज्यादा अंतर नहीं था। मतलब इंसान जानवर बिल्कुल सेम जी, बिल्कुल ये भी जदों जिस तरह बारो जी कोई बांदर ऐ भज गया, कोई लूंबड़ इधर नूं भज गया, कोई कां ऐ नूं, इसी तरह इंसान भी उन्हां च विचरदा सी। जी। और तब कच्चा मांस खाते थे लोग। मतलब आग का भी दोस्तों तब उनको ज्ञान नहीं था कि आग भी कोई चीज है। मैं पूरा पाषाण काल, सबसे फर्स्ट जो स्टेप है इसका शुरुआत का, तब आग का भी नहीं उनको पता था, और वो कच्चा ही मांस खा लेते थे। और कृषि का तो दूर दूर तक उनको ज्ञान नहीं था, ना पशु कैसे पालन, एनिमल्स को कैसे पालना है, ये कुछ भी नहीं उनको पता था। और जो औजार थे उनके काफी बड़े बड़े थे, और बड़े जानवर मारते थे। छोटे जानवर के लिए छोटे छोटे औजार की जरूरत थी, तब वो शेप नहीं बनाते थे। वो औजार यूज करते थे जो पानी के बहाव में, जिनका खुद ब खुद थोड़ा सा जो शेप बन जाती है, और जो थोड़े से नुकीले या कुछ ऐसे नेचुरल तौर पे थोड़े से नुकीले होंगे। जी। और पहनने को भी वो, अगर उनको ठंड, आपको पता ही है कि जैसे मैंने और बाजवानी ने बोला, बहुत ठंडा जलवायु होता था, तो अपने आप को बचाने के लिए वो फिर एनिमल की स्किन पहनने लगे। और खाने के लिए वही पत्ते या फल फ्रूट नट्स। एक बड़ा ही मैं बाजवाजी पढ़ रही थी, एक डैंडलियन करके वो एक होता है फ्लावर, और उसके रूट्स होते हैं। अच्छा। इसके बारे में मैं फिर कभी आपको बताऊंगी, ये मैं बड़ा रेकमेंड करती हूँ। डैंडलियन जो होते हैं उसके रूट्स, और जो डैंडलियन टी होती है वो कितनी ज्यादा हेल्दी होती है हमारे बॉडी के लिए। कई लोगों को, ज्यादा लोगों को पता नहीं है, और इस पे मैं काफी पढ़ रही हूँ डैंडलियन पे। और मैं इस युग में मैंने पढ़ा कि तब डैंडलियन का भी उपयोग होता था। और इस युग में मेरे दोस्तों, जो इसके जो पुराने जिसे कहते हैं ये चीजें बरामद हुई, कहाँ से हुई? महाराष्ट्र में मिले इसके अवशेष, जो 14 लाख पहले के थे। कश्मीर, जो पहलगाम, आपने काफी नाम सुना है, वहां से मिले। यूपी, एमपी, राजस्थान से, कर्नाटक, महाराष्ट्र के अलग अलग जिलों से ये खुदाई के दौरान मिले, जिससे हमें पता चला कि ये पूरा पाषाण काल की हम बात कर रहे हैं, जो फर्स्ट स्टेप ऑफ इस काल का हम बात करते हैं। और बाजवा जी आपने बोला कि स्टोन्स के बारे में आप बता रहे थे, मैं बस ये बताना चाहती हूँ। आपने बोला कि पहले तो शेप नहीं होती थी,
इसे भी जो 3 एजेस में, स्टोन एजेस को 3 रूपों में जो है वो बांटा गया है, 3 कैटेगरीज में मैं कह सकती हूँ बांटा गया है कि इसकी जो डिग्री ऑफ सोफिस्टिकेशन, उसमें कितनी ज्यादा उसमें ना शेप आई, कितनी सफाई आती रही। जैसे पहला जिसे है कहा जाता है, वो कौन सा काल था, कौन सा पीरियड था, वो था पैलियोलिथिक पीरियड जी। उसके बाद आया मेसोलिथिक है। उसके बाद नियोलिथिक। हाँ जी। पैलियोलिथिक में वैसे ही जो पानी के द्वारा जो मोटे पत्थर थे, फिर मेसोलिथिक में थोड़ा थोड़ा शेप उनको फाइन होती गई, और नियोलिथिक में वो प्रॉपर औजार के जो बिल्कुल नुकीले और उनको बनाना आ गया। तो ये 3 कैटेगरीज में इसे बांटा गया। मैं ਤੁਹਾਡੀ ਇੱਕ ਗੱਲ 'ਚ ਥੋੜਾ ਜਿਹਾ ਵਾਅਦਾ ਕਰਦੇ ਹਾਂ ਜੀ। ਪਾਰਲ ਜੀ, ਇਹ ਪੱਥਰਾਂ ਦੇ ਨਾਲ ਨਾਲ ਹੱਡੀਆਂ ਇਹਨਾਂ ਨੂੰ ਮਿਲੀਆਂ ਜਿਹੜੀਆਂ ਕੁਦਰਤੀ ਆਪੇ ਹੀ ਨੁਕੀਲੀਆਂ ਸਨ। ਜੀ। ਇਹਨਾਂ ਨੇ ਉਹਦੇ ਤੋਂ ਵੀ ਹਥਿਆਰਾਂ ਦਾ, ਚਾਕੂਆਂ ਦਾ, ਹੱਡੀਆਂ ਤੋਂ ਕੰਮ ਲੈਣਾ शुरू कर ਦਿੱਤਾ। बिल्कुल। और जैसे ये स्टोन एज में बाजवा जी, जैसे हमें पता है, जैसे शुरुआत में भी मैंने 2 लाइनें बोली थी कि ये एज थी जब आग का आविष्कार हुआ। अब कब हुआ ये अभी पूरा पाषाण काल में नहीं हुआ, अभी हम आगे बात करेंगे कि कब हुआ। और यही एज थी, स्टोन एज, यही पाषाण काल था। ਪਰ ਜੀ ਅੱਗ ਦਾ ਆਵਿਸ਼ਕਾਰ ਹੋਇਆ, ਪਰ ਇਨਸਾਨ ਨੂੰ ਉਦੋਂ ਅੱਗ ਨੂੰ ਯੂਜ਼ ਕਰਨਾ ਨਹੀਂ ਸੀ ਆਉਂਦਾ। बिल्कुल, वो वैसे ही बाजवा जी डरा करते थे, जैसे एनिमल्स आज डरते हैं आग से, वैसे ही तब ह्यूमन डर जाते थे कि भैया ये क्या चीज है। ये बिल्कुल जी। ਇਹ ਉਹਨਾਂ ਨੂੰ ਪਤਾ ਲੱਗ ਗਿਆ ਸੀ ਜੇ 2 ਪੱਥਰ ਆਪਸ ਵਿੱਚ ਜ਼ੋਰ ਨਾਲ ਮਾਰੀਏ ਤੇ ਚਿੰਗਾਰੀਆਂ ਨਿਕਲਦੀਆਂ ਜੀ। ਪਰ ਉਹ ਜਿੱਥੇ ਜਦੋਂ ਜੰਗਲ ਨੂੰ ਅੱਗ ਲੱਗ ਜਾਂਦੀ ਹੁੰਦੀ ਸੀ ਤੇ ਉਹ ਮਤਲਬ ਕਿ ਨਾ ਘਬਰਾ ਜਾਂਦੇ ਹੁੰਦੇ ਸਨ ਤੇ ਉਹ ਇਲਾਕਾ ਉਹ ਛੱਡ ਜਾਂਦੇ ਹੁੰਦੇ ਸਨ। ਜੀ। ਦੋਸਤੋ, ਜਿਸ ਤਰ੍ਹਾਂ ਪਾਰਲ ਜੀ ਹੁਣੀ ਦੱਸ ਰਹੇ ਨੇ ਕਿ ਜਦੋਂ ਮਿਡਲ ਸਟੋਨ ਏਜ 'ਚ ਆ ਗਏ ਨਾ, ਫਿਰ ਉਹ ਕੱਚਾ ਮਾਸ ਖਾਣ ਲੱਗ ਗਏ ਸੀ। ਸਭ ਤੋਂ ਪਹਿਲਾਂ ਉਹਨੇ ਮੱਛੀਆਂ ਖਾਣੀਆਂ ਸ਼ੁਰੂ ਕੀਤੀਆਂ ਸਨ ਜੀ। और किते मछलियां तो फिर गां छोटे जानवर ते वड्डे जानवर उन्हां दे अजे दोस्तों काबू नहीं सनाउंदे हुंदे, क्योंकि उन्हां कोल प्रॉपर हथियार नहीं सन एडा वड्डा जानवर काबू करन दे। हाँ जी। ते इन्हां दे जेहड़े फिर उस अखीरली स्टोन एज दे जिहड़ी तीसरी स्टोन एज सी, उन्हां दे विच इन्हां दे छोटे जेहड़े हैगे ने 1 सेंटीमीटर तो लैके 7-8 सेंटीमीटर तक नुकीले चाकू ਜਿਹੜੇ ਕਿ ਇਹਨਾਂ ਨੇ ਹੱਡੀਆਂ ਦੇ ਤੇ 12 ਸਿੰਗੇ ਦਾ ਸਿੰਘ ਜਿਹੜਾ ਹੁੰਦਾ ਜੀ, ਉਹਦੇ ਵੀ ਚਾਕੂ ਅੱਜ ਵੀ 12 ਸਿੰਗੇ ਦਾ ਸਿੰਘ ਚਾਕੂਆਂ ਦੇ ਪਿੱਛੇ ਐਜ਼ ਏ ਦਸਤਾ ਲੱਗਦਾ। ਉਹ ਬਹੁਤ ਮਹਿੰਗੇ ਚਾਕੂ ਹੁੰਦੇ ਨੇ। ਹਾਂਜੀ। ਤੇ ਇਹਨਾਂ ਨੇ ਛੋਟੇ ਤੇ ਬਹੁਤ ਤੇਜ਼ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਐਂਡ ਦੇ ਇਸ ਕਾਲ ਦੇ ਵਿੱਚ ਦੋਸਤੋ, ਸਟੋਨ ਏਜ ਦੇ ਤੀਸਰੇ ਕਾਲ ਦੇ ਵਿੱਚ ਇਹਨਾਂ ਨੂੰ ਨਾ ਪਸ਼ੂ ਪਾਲਣ ਦਾ ਵੀ, ਪਸ਼ੂ ਤੋਂ ਮਤਲਬ ਪਹਿਲਾਂ ਜਿਸ ਤਰ੍ਹਾਂ ਕੁੱਤੇ ਬਿੱਲੀਆਂ ਜਿਹੜੇ ਇਹਨਾਂ ਦੇ ਲਾਗੇ ਬਹਿਣ ਖਲੋਣ, ਜਿਨ੍ਹਾਂ ਨਾਲ ਪਿਆਰ ਹੋ ਗਿਆ, ਉਹ ਇਹਨਾਂ ਨੇ ਸ਼ੁਰੂ ਕਰ ਦਿੱਤੇ ਸਨ ਆਪਣੇ ਘਰਾਂ 'ਚ ਰੱਖਣੇ। ਫਿਰ ਮੱਝਾਂ ਵਗੈਰਾ ਵੀ, ਬੱਕਰੀਆਂ, ਭੇਡਾਂ ਵੀ ਦੇ ਵਾਕਫੀਅਤ ਇਹਨਾਂ ਨਾਲ ਹੋ ਗਈ ਸੀ। ਇਹ ਦੁੱਧ ਵੀ ਉਹਨਾਂ ਦਾ ਖਾਣ ਪੀਣ ਲੱਗ ਪਏ ਸਨ ਐਂਡ ਦੇ ਵਿੱਚ ਜੀ। ਅਗਰ ਆਦਮਗੜ੍ਹ ਦੇ ਵਿੱਚ ਜੀ ਇੱਕ ਮਤਲਬ ਕਿ ਰਾਜਸਥਾਨ ਦੇ ਵਿੱਚ ਬਗੌਰ ਜਗ੍ਹਾ ਜੀ, ਇਸ ਜਗ੍ਹਾ ਤੋਂ ਪਸ਼ੂ ਪਾਲਣ ਦੇ ਬਹੁਤ ਸਾਰੇ ਸਬੂਤ ਪ੍ਰਮਾਣ ਮਿਲੇ ਨੇ ਕਿ ਇਹ ਉਦੋਂ ਪਸ਼ੂ ਪਾਲਦੇ ਹੁੰਦੇ ਸਨ। ਦੋਸਤੋ, ਇਹਨਾਂ ਨੂੰ ਨਾ ਮਾੜਾ ਜਿਹਾ ਖੇਤੀ ਬਾਰੇ ਵੀ ਨੌਲੇਜ ਹੋਣਾ ਸ਼ੁਰੂ ਹੀ ਹੋਇਆ ਸੀ ਅਜੇ ਜੀ, ਪਰ ਖੇਤੀਬਾੜੀ ਹੋਣ ਨਹੀਂ ਸੀ ਲੱਗੀ ਜੀ। ਉਹ ਅਸੀਂ ਤੁਹਾਨੂੰ ਅਗਲੇ ਪੋਰਸ਼ਨ ਦੇ ਵਿੱਚ ਦੱਸਾਂਗੇ ਵੀ ਖੇਤੀ ਜਿਸ ਤਰ੍ਹਾਂ ਇਹਨਾਂ ਨੇ ਨਾ ਜਿਹੜੀ 3rd ਪੋਜੀਸ਼ਨ ਸੀ ਜੀ ਸਟੋਨ ਏਜ ਦੀ, ਦੋਸਤੋ 3rd ਏਜ ਦੇ ਵਿੱਚ ਤੀਰ ਕਮਾਨ ਤੱਕ ਅਵਿਸ਼ਕਾਰ ਕਰ ਲਿਆ ਸੀ ਇਹਨਾਂ ਨੇ। ਦੇਖਿਏ। ਹਾਂਜੀ, ਵੈਰੀ ਨਾਈਸ। ਹਾਂ, ਤੀਰ ਕਮਾਨ ਜਿਹੜਾ ਹੈਗਾ ਸੀ, ਪਰ ਉਹਨੂੰ ਸਫਲਤਾਪੂਰਵਕ ਉਹਦਾ ਉਪਯੋਗ ਜਿਹੜਾ ਸੀ ਉਹ ਬਾਅਦ ਦੇ ਵਿੱਚ ਹੋਇਆ। ਲੇਕਿਨ ਇਹ ਇੱਕ ਹੁੰਦਾ ਨਾ ਅੰਦਾਜ਼ਨ ਜਿਹੀ ਕੋਈ ਚੀਜ਼ ਬਣਾ ਲੈਣੀ ਜਿਹੜੀ ਦੂਰੋਂ ਹਿੱਟ ਕਰੇ ਕਿਸੇ ਚੀਜ਼ ਨੂੰ। ਹਾਂਜੀ, ਇਹਦਾ ਸਟੋਨ ਏਜ ਦੇ ਵਿੱਚ ਜਿਹੜਾ ਤੀਰ ਕਮਾਨ ਦਾ ਸੀ ਨਾ, ਇਹ ਇਸਤੇਮਾਲ ਕੀਤਾ ਗਿਆ ਸੀ ਜੀ।
ਮਿਡਲ ਏਜ ਵਿੱਚ ਹੱਡੀਆਂ ਤੇ ਸਿੰਗਾਂ ਦਾ ਇਸਤੇਮਾਲ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਸਕਾਂ, ਇਹਨਾਂ ਨੂੰ ਨਾ ਸਿੰਗਾਂ ਨੂੰ ਘਸਾ ਕੇ ਨੁਕੀਲੇ ਕਰ ਲਿਆ ਜਾਂਦਾ ਸੀ जी ਇੱਕ ਖਰਵੇ ਪੱਥਰ ਦੇ ਹਥਿਆਰ। ਉੱਤੇ। ਹਾਂਜੀ, ਸਿੰਗ ਘਸਾ ਲੈਣਾ। जी ਤੇ ਦੋਸਤੋ ਉਹਦਾ हमारे साथ कॉलर जुड़ रहे हैं। ਕਾਲਰ ਜੁੜੇ ਨੇ ਜੀ, ਪਰ ਉਹਨਾਂ ਦਾ ਜਿਹੜਾ ਫੋਨ ਹੈ ਨਾ ਉਹ ਕੁਛ ਇੱਕ ਹੀ ਕਾਲ। ਮਾਧਵੀ ਜੀ, ਕਾਲ ਅਗੇਨ, ਤੁਹਾਡੀ ਕਾਲ ਬਹੁਤ ਵਾਰੀ ਆਈ ਹੈ। ਮਾਧਵੀ ਜੀ, ਵੈਲਕਮ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵਿਹੜੇ। ਆਈ ਐਮ ਸੌਰੀ, ਪਹਿਲਾਂ ਬਹੁਤ ਬਿਜੀ ਸੀ ਤੇ ਤੁਹਾਡੀ ਕਾਲ ਅਸੀਂ ਨਹੀਂ ਸੀ ਲੈ ਸਕੇ, ਤੇ ਤੁਹਾਡਾ ਵੈਲਕਮ ਹੈ ਜੀ, ਬਹੁਤ ਬਹੁਤ ਵੈਲਕਮ ਪ੍ਰਵਾਦ ਰੇਡੀਓ ਦੇ ਵਿਹੜੇ। जी बहुत बहुत वेलकम आपका माधवी जी, कैसे हैं आप? हाँ ठीक हूँ मैम, आप कैसे हैं? जी जी फाइन फाइन फाइन। आप मेरे ख्याल से पहली बारी हमारे साथ जी, प्रोग्राम में बिल्कुल। जुड़े हैं। आपका बहुत बहुत स्वागत है। जी जी बिल्कुल, मैं पहली बार आई हूँ और मुझे बहुत अच्छा लगा। ਮਾਧਵੀ ਜੀ, ਤੁਸੀਂ ਪੰਜਾਬੀ ਚ ਬੋਲ ਸਕਦੇ ਹੋ। ਮੈਂ ਪੰਜਾਬੀ ਬੋਲਣਾ, ਪਾਰੁਲ ਜੀ ਮੇਰੇ ਨਾਲ ਹਿੰਦੀ ਬੋਲਦੇ ਨੇ, ਸਾਡੇ ਕਾਲਰ ਸਾਡੇ ਨਾਲ ਪੰਜਾਬੀ ਬੋਲਦੇ ਨੇ ਸਾਰੇ। ਇਹ ਮਿਕਸਡ ਜਿਹਾ ਪ੍ਰੋਗਰਾਮ ਹੈਗਾ। ਤੁਸੀਂ ਜਿਹੜੀ ਭਾਸ਼ਾ ਚ ਈਜ਼ਲੀ ਫੀਲ ਕਰਦੇ ਹੋ ਤੁਸੀਂ ਉਹੋ ਹੀ ਭਾਸ਼ਾ ਬੋਲ ਬਿਲਕੁਲ। ਸਕਦੇ ਹੋ। जी बाजवा जी, ਮਾਧਵੀ ਜੀ, ਕਿੱਥੋਂ ਤੁਸੀਂ ਟੈਲੀਫੋਨ ਕਿੱਥੋਂ ਕਰ ਰਹੇ ਹੋ? मैं बाजवा जी लुधियाना तो बोल रही हूँ। ਵਾਹ ਜੀ ਵਾਹ, ਵੰਡਰਫੁਲ ਲੁਧਿਆਣਾ ਸ਼ਹਿਰ ਜੀ, ਵਾਹ। ਇਹਨੂੰ ਤੇ ਫੋਰਨ ਕੰਟਰੀ 'ਚ ਵੀ ਲੁਧਿਆਣੇ ਦੀਆਂ ਧੁੰਮਾਂ ਨੇ। ਇੱਥੇ ਕਿੰਨੇ ਆਪਣਾ ਟੈਕਸਟਾਈਲ, ਸਾਈਕਲ, ਅਜੇ ਵੀ ਜੀ ਉਸੇ ਤਰ੍ਹਾਂ ਹੀ ਗੁੱਡਸ ਐਕਸਪੋਰਟ ਹੁੰਦੀਆਂ ਨੇ ਇੱਥੋਂ ਲੁਧਿਆਣੇ ਤੋਂ। हाँ जी बिल्कुल, उस तरह एक्सपोर्ट होंदियां ने। तुहानू पता भी इंडस्ट्री साडी बड़ी मैन्युफैक्चरिंग। हाँ जी 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 ਤੇ ਤੁਹਾਡੀ ਜਿਹੜੀ ਇੰਡਸਟਰੀ ਹੈ ਬਹੁਤ ਮੈਨੂਫੈਕਚਰ ਹੁੰਦਾ ਹੈ ਇੱਥੇ ਬਹੁਤ ਜ਼ਿਆਦਾ, ਪਰ ਪਾਣੀ ਚੰਗਾ ਗੰਦਾ ਕਰ ਰਹੇ ਨੇ। ਇਹ ਰੂਲ ਰੈਗੂਲੇਸ਼ਨ ਦੀ ਪਰਵਾਹ ਨਹੀਂ ਕਰ ਰਹੇ। ਗੰਦਾ ਨਾਲਾ ਤੁਹਾਡੇ ਲਾਗੋਂ ਹੀ ਨਿਕਲਦਾ ਮੇਰੇ ਖਿਆਲ ਦੇ ਵਿੱਚ, ਜਿਹੜਾ ਦੂਸਰਾ ਪਾਣੀ ਵੀ ਪੋਲਿਊਟ ਕਰ ਰਿਹਾ ਹੈਗਾ। ਪਰ ਚਲੋ ਇਹ ਵੱਖਰਾ ਵਿਸ਼ਾ ਹੈਗਾ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਾਧਵੀ ਜੀ? ਸੁਣ ਰਹੇ ਹੋ ਸਾਡਾ ਪ੍ਰੋਗਰਾਮ ਤੁਸੀਂ ਅੱਜ? जी मैं बिल्कुल सुन रही हाँ। Thanks। बहुत अच्छा ਇਹਦੇ ਗੱਲਬਾਤ ਚੱਲ ਰਹੀ ਹੈ ਤੁਹਾਡੀ। ਔਰ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਪਾਣੀ ਗੰਦੇ ਦੀ, ਦੇਖੋ ਜਿੱਦਾਂ ਅਸੀਂ ਪਹਿਲਾਂ ਰਹਿੰਦੇ ਸੀ, ਜੋ ਸਾਡਾ ਪਹਿਲਾਂ ਰਹਿਣ ਸਹਿਣ ਸੀ ਉਹ ਨਹੀਂ ਰਿਹਾ। ਜੀ ਬਿਲਕੁਲ। ਜਿਸ ਤਰ੍ਹਾਂ ਸਾਡਾ ਅਸੀਂ ਤਰੱਕੀ ਕਰ ਰਹੇ ਹਾਂ, ਪਰ ਲੇਕਿਨ ਉਹਦੇ ਨਾਲ ਨਾਲ ਸਾਨੂੰ ਬਹੁਤ ਸਾਰੀਆਂ ਅਸੀਂ ਪ੍ਰੋਬਲਮ ਫੇਸ ਕਰ ਰਹੇ ਹਾਂ। ਉਹਦੇ ਜੀ। ਵਿੱਚ ਪੋਲਿਊਸ਼ਨ ਦਾ ਹੈ ਹੀ ਹੈ, ਤੁਹਾਨੂੰ ਪਤਾ ਹੀ ਹੈ। हाँ जी ਜੀ 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 ਤੇ ਬਾਕੀ ਹਾਂਜੀ ਪਾਰੁਲ ਜੀ, ਮੈਂ ਜਰਾ ਤੁਹਾਨੂੰ ਇਹਨਾਂ ਦੀ ਇੰਟਰੋਡਕਸ਼ਨ ਦੇ ਦਿਆਂ। ਇਹ ਬਹੁਤ ਜ਼ਬਰਦਸਤ ਆਰਟਿਸਟ ਨੇ जी जी ਤੇ ਇਹਨਾਂ ਨੇ 2-3 ਫਿਲਮਾਂ 'ਚ ਕੰਮ ਵੀ ਕੀਤਾ ਹੈਗਾ। Very ਸਾਡੀ nice। ਇਹਨਾਂ ਨਾਲ ਜਾਣ ਪਹਿਚਾਣ जी, Facebook पंजाबी मूवीज में ਤੋਂ। ਮਾਧਵੀ ਜੀ, ਤੁਸੀਂ ਪੰਜਾਬੀ ਮੂਵੀ 'ਚ ਮੇਰਾ ਖਿਆਲ ਹਿੰਦੀ ਮੂਵੀ 'ਚ ਕੀਤਾ ਸੀ ਤੁਸੀਂ ਕੰਮ? जी नहीं बाजवा जी, मैं एक पंजाबी मूवी की और एक ਅੱਛਾ, हिंदी मूवी ਪੰਜਾਬ, की है। ਠੀਕ ਹੈ ਠੀਕ ਹੈ अच्छा ਠੀਕ जी ਹੈ। पंजाबी मूवी स्टूपिड 7 ਦੇ ਵਿੱਚ ਮੈਂ ਪ੍ਰਿੰਸੀਪਲ ਦਾ ਕਰੈਕਟਰ ਨਿਭਾਇਆ ਜੀ। अच्छा अच्छा, वेरी नाइस वेरी नाइस वेरी नाइस। बहुत ही टैलेंटेड लोग हमारे साथ जुड़ते जा रहे हैं। ਬਿਲਕੁਲ, माधवी ਸਾਨੂੰ जी भी ਖੁਸ਼ੀ जुड़ ਹੁੰਦੀ ਹੈ गए ਜੀ हैं, ਜਦੋਂ बहुत ਤੁਹਾਡੇ talented lady। ਤੇ ਵੈਸੇ ਵੀ ਇਹ ਬੜੇ ਆਰਟਿਸਟ ਨੇ। ਆਰਟਿਸਟ ਹੀ ਜੀ। ਹੋਣਗੇ ਤੇ ਜਿਨ੍ਹਾਂ ਨੇ ਮਤਲਬ ਕਿ ਚਾਂਸ ਮਿਲਿਆ ਹੈਗਾ, ਨਹੀਂ ਤੇ ਜੀ ਜੀ ਮਾਧਵੀ ਜੀ, ਅਸਲ 'ਚ ਅਸੀਂ ਤੁਹਾਨੂੰ ਗੱਲਾਂ 'ਚ ਪਾ ਲਿਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? मैं ये कहना चाहनी है जी, जो आज का सिचुएशन है, जी। मतलब जो कोरोना के ऊपर मैं 2 लाइना जरूर कहना चाहती वाह हूँ। जी वाह, हाँ जी, वाह जी बिल्कुल, बिल्कुल। जी फरमाओ जी जो गुलजार साहब भी लिखे हुई ने। जी, वाह जी वाह, गुलजार साहब ने दिया, क्या बात है। जी जी पहला मैं तुहानू 2 लाइना सुनाऊंगी, फिर असं 2 टॉपिक से डिस्कस करते ठीक रहांगे। जी, ठीक जी। ठीक सुनाओ। जी, बेवजह घर से निकलने की जरूरत क्या है? वाह, बेवजह घर से निकलने की जरूरत क्या क्या है? है? मौत से आंखें मिलाने की जरूरत क्या है? हाँ जी, वाह, सबको मालूम है कि बाहर की हवा है कातिल। हाँ, बिल्कुल। सबको मालूम है कि कि बाहर की हवा है कातिल। यूं ही कातिल से उलझने की जरूरत क्या है? जरूरत क्या है? जी बिल्कुल, बहुत खूब, बहुत बढ़िया। बहुत खूब लिखा है जी। यूं ही कातिल से उलझने की जरूरत क्या है? ठीक। जी, जिंदगी एक नेमत है, उसे संभाल कर रखो। जी बिल्कुल। कब्रस्थानों को सजाने की जरूरत क्या है? वंडरफुल वंडरफुल वंडरफुल। दिल बहलाने के लिए घर में वजह है काफी। वाह, बिल्कुल।
दिल बहलाने के लिए घर में वजह है काफी की जरूरत क्या है। दोबारा बोलियो, ਤੁਹਾਡਾ एक लफ्ज कटिया गया विचों। जी, दिल बहलाने के लिए घर में वजह है काफी। घर में वजह है काफी जी। क्यों इसी गलियों में भटकने की जरूरत क्या यूं ही गलियों में भटकने की जरूरत क्या है। ठीक जी, ठीक ठीक जी। जो अज का टाइम समा चल रहा है बाजवा जी, जो लोग हाँ जी ਦੇ ਉੱਪਰ ਡਿਸਕਸ ਮੈਂ ਕੀਤੀ ਹੈ। ਇਹ ਮੈਂ ਕਰੋਨਾ ਵਾਲੀ ਇਸ਼ਾਰਾ ਕੀਤਾ ਕਿ ਜੋ ਬੰਦੇ ਲੋਕਡਾਊਨ ਚ ਵੀ ਬਾਹਰ ਜਾਂਦੇ ਨੇ ਤੇ ਮੈਂ ਚੀਜ਼ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਹੈ ਕਿ ਆਪਣੇ ਘਰਾਂ 'ਚ ਬੈਠੋ और थोड़ा ਜਿਹਾ कोविड जो चल रहा है उन तो बच के रहिए और लोगों को भी बचाइए। जी, आप भी बचो, लोगों को भी बचाइए। बिल्कुल, ठीक है, बहुत अच्छा मैसेज दिया है और बड़े खूबसूरत ढंग से आपने मैम मैसेज पहुंचाया है लोगों तक, गुलजार जी के लिखे हुए लफ्जों के साथ। तो गुलजार जी के जरिए थोड़ा सा मैंने मतलब आपको बताया है। हमें तो इतनी काबिलियत नहीं है मैम, लेकिन वो तो बहुत बड़ी देखो माधवी जी, ਜੇ ਤੁਹਾਡੇ 'ਚ ਕਾਬਲੀਅਤ ਨਾ ਹੋਵੇ ਤੇ ਤੁਸੀਂ ਇੱਥੇ ਤੱਕ ਪਹੁੰਚੇ ਹੋ। ਗੁਲਾਬ ਦਾ ਜਿਹੜਾ ਫੁੱਲ ਹੁੰਦਾ ਨਾ, ਉਹਦੇ ਵਿੱਚ ਕਿੰਨੀ ਖੁਸ਼ਬੂ ਹੈ, ਗੁਲਾਬ ਨੂੰ ਨਹੀਂ ਪਤਾ ਹੁੰਦਾ, ਇਹ ਸੁੰਘਣ ਵਾਲਿਆਂ ਨੂੰ ਹੀ ਪਤਾ ਹੁੰਦਾ ਹੈ। ਦੂਸਰੀ ਗੱਲ ਇਹ ਹੈ, ਗੁਲਾਬ ਦੇ ਫੁੱਲ ਦੀ ਇੱਕ ਬੰਦਾ ਸੁਗੰਧ ਲਏ ਜਾਂ 1000 ਲਏ, ਉਹ ਘਟਦੀ ਨਹੀਂ ਜੀ। ਔਰ ਗੁਲਾਬ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੇ 'ਚ ਇੰਨੀ ਕੁ ਸੁਗੰਧ ਹੈ। ਉਹ ਤੇ ਜਿਹੜਾ ਲਾਗੋਂ ਦੀ ਲੰਘਦਾ ਉਹ ਬ੍ਰੇਕਾਂ ਮਾਰ ਕੇ ਵਹਿੰਦਾ ਫਿਰ ਇਧਰੋਂ, ਯਾਰ ਕਿਤੇ ਬੜੀ ਸੋਹਣੀ ਖੁਸ਼ਬੂ ਆਉਣ ਡਈ ਹੈ, ਕੋਈ ਨਾ ਕੁਝ ਤੇ ਹੈ ਇੱਥੇ। ਤੁਸੀਂ ਵੀ ਉਹਨਾਂ ਫੁੱਲਾਂ 'ਚੋਂ ਇੱਕ ਫੁੱਲ। थैंक यू सो मच। तुसी इस काबिल समझिया, बाकी कोशिश करी रही है कि अच्छा काम करिए मार्केट जी, जरूर इंडस्ट्री च भी और जी बिल्कुल बिल्कुल। ते ਅਸੀਂ ਬਸ ਉਹ ਇਸ ਤਰ੍ਹਾਂ ਹੁੰਦਾ ਨਾ ਮਾਧਵੀ ਜੀ, ਵੀ ਜਦੋਂ ਸਾਡੇ ਕੋਲ ਟਾਈਮ ਹੁੰਦਾ ਅਸੀਂ ਫਿਰ ਕੋਈ ਟੌਪਿਕ ਲੈ ਕੇ ਆ ਜੰਨੇ ਆ ਤੇ ਜਿੰਨੀ ਦੇਰ ਕਿਸੇ ਦੀ ਕਾਲ ਆਵੇ ਤੇ ਉਨੀ ਦੇਰ ਚਲੋ ਉਹਨਾਂ ਨਾਲ ਗੱਪਸ਼ਪ ਮਾਰ ਲਈ ਤੇ ਸਾਡੇ ਕਾਲ ਜਿਹੜੀ ਹੈਗੀ ਆ, ਬੰਦਾ ਕੁਛ ਵੀ ਜਾਂ ਤੁਸੀਂ ਜੋ ਦਿਲ ਕਰਦਾ ਕਹੋ। ਸਾਡੇ ਟੌਪਿਕ ਨਾਲ ਕਿਸੇ ਦਾ ਕੋਈ ਸੰਬੰਧ ਨਹੀਂ। ਅਗਰ ਕੋਈ ਸਾਡੇ ਟੌਪਿਕ ਤੇ ਗੱਲ ਕਰਨਾ ਚਾਹੁੰਦਾ ਵੈਲਕਮ, पर जरूरी नहीं। जैसे मेरे प्यारे दोस्त बाकी जी, मेरा जिंदगी जी मैम सॉरी मैं कुछ कहना चाहूंगी। हाँ जी नहीं, मैं आपकी तारीफ कर रही थी माधवी जी, सॉरी कि आपको कितने लोग इस वक्त सुन रहे हैं और मैं उनसे भी आपके जरिए दोस्तों से कहना चाहूंगी, जिस तरीके से माधवी जी ने अपनी बात रखी, कोरोना वायरस को लेके इतनी अच्छी नज़्म सुनाई, तो आप भी दोस्तों जरूरी नहीं जो हम टॉपिक हम चर्चा कर रहे हैं उसी से ही रिलेटेड आप बोलिए। इसी तरीके से आप भी अपने जो मन के विचार हैं शेयर कर सकते हैं, जिस तरीके से माधवी जी ने आज किए हैं। जी माधवी जी। जी मैम, और मैं जैसे अभी आपने बोला कि मेरे दिल के कुछ विचार मैं आपसे शेयर करना चाहती हूँ। मेरी जिंदगी में एक पार्ट रहा जो मैंने बहुत हार्डवर्क किया, मुझे वो मकाम नहीं मिला जो जिसके लिए मैं मतलब इंडस्ट्री में रही हूँ। आज सुशांत की बात करें तो बहुत अच्छे एक्टर जैसे चले गए। कुछ चीजें दिल में हम लोग दफन करके चलते हैं जी। और इसमें एक बात है कि जैसे मैंने जो मुंबई में रहकर थोड़ा सा जिस चीज को मैंने देखा है और ऑब्जर्व किया है, मैं ये मैसेज उस लड़कियों को पहचाना चाहती हूँ जो लड़कियाँ रोज एक मॉडल और एक एक्टर बनने की ख्वाहिश। वाह जी वाह, इट्स अ वेरी नाइस मैसेज। ये माधवी जी आपने जो बात आज छेड़ी है ये बहुत ही अच्छा एक विषय बन सकता है चर्चा का। माधवी जी ਤੁਹਾਡੀ ਜਿਹੜੀ ਗੱਲਬਾਤ ਹੈ 180 ਕੰਟਰੀਜ਼ ਦੇ ਵਿੱਚ ਥਰੂ ਆਊਟ ਵਰਲਡ 'ਚ ਸੁਣੀ ਜਾ ਰਹੀ ਹੈ ਤੇ ਤੁਸੀਂ ਬਹੁਤ ਸੋਹਣਾ ਮੈਸੇਜ ਦੇਣ ਲੱਗੇ ਹੋ। ਪਲੀਜ਼ ਕੈਰੀ ਔਨ। जी बाजवा जी, अगर मेरी आवाज थोड़ा वर्ड सुन रहे ने जो लोगों इंडस्ट्री दे विच आना चाहना, मैं लड़कियां ने मैसेज मेरा है कि जो लड़की मेरी बेटी है और शायद मेरी बहन है और इस करके मैं मैसेज देना चाह रही। मैं बहुत देर की मेरी ख्वाहिश थी और तुसी मेरी ख्वाहिश पूरी की। मैं आवाज हमेशा पहुंचाना चाहती थी लेकिन कोई जरिया नहीं मिला, क्योंकि जो छोटे आर्टिस्ट जिन्होंने असी छोटे नहीं जिन्होंने घट काम इंडस्ट्री किया है, चाहे टैलेंट है या नहीं है, जिन्होंने कंप्रोमाइज शायद नहीं किया, उन्होंने इंडस्ट्री में काम नहीं मिलता। जी ਤੇ मैं लड़कियां ਨੂੰ ਇਹ मैसेज देना चाहती हूँ भी सानू किते भी जाके अपने आप ਨੂੰ लूज होके काम करने की जरूरत नहीं। अगर साडे विच टैलेंट है, अगर साडे विच काबिलियत है, अगर असी
ਉਸ ਚੀਜ਼ ਨੂੰ ਲੈ ਕੇ ਚੱਲਦੇ ਹਾਂ ਕਿ ਸਾਡੇ ਵੀ ਆਰ ਕੌਨਫੀਡੈਂਟ ਕਿ ਜਸਟ ਵੀ ਕੈਨ ਡੂ ਈਚ ਐਂਡ ਐਵਰੀਥਿੰਗ। ਤੇ ਸਾਨੂੰ ਅਗਰ ਮੁੰਬਈ ਜਾ ਕੇ ਸਾਨੂੰ ਨਹੀਂ ਕੰਪਰੋਮਾਈਜ਼ ਕਰਨੇ ਚਾਹੀਦੇ, ਆਪਣੀ ਪੇਰੈਂਟਸ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਔਰ ਮੋਡਲ ਬਣਨ ਲਈ ਜਾਂ ਆਰਟਿਸਟ ਬਣਨ ਲਈ ਉਹਦੇ ਲਈ ਇੱਕ ਟੈਲੈਂਟ ਦੀ ਜ਼ਰੂਰਤ ਹੈ। ਜਿਹੜੇ ਲੜਕੇ ਜਿਹੜੇ ਕੁਛ ਲੋਕ ਗੁੰਮਰਾਹ ਕਰਦੇ ਨੇ ਜਾਂ ਇੱਥੇ ਆਪਣੇ ਬਹੁਤ ਸਾਰੀਆਂ ਜਗ੍ਹਾ ਦੇ